5-6 दिन ਤੁਹਾਡੇ ਨਾਲ ਜੋ ਜ਼ਿੰਦਗੀ ਦੇ ਵਾਪਰੇ ਉਹ ਬੜੇ ਖਤਰਨਾਕ ਸੀ। ਸੈਣੀ ਤੁਹਾਡੇ ਨਾਲ ਸੈਣੀ ਤੇ ਸੈਣੀ ਦੀ ਉਹ ਫੌਜ, ਰਾਖਸ਼ਾਂ ਦੀ ਫੌਜ ਜਿਹੜੀ ਆ ਉਹ ਕੀ ਕਰਦੀ ਰਹੀ। ਇਹਦੇ 'ਚ ਗੁਰਮੀਤ ਸਿੰਘ ਪਿੰਕੀ ਵੀ ਕਿਸ ਤਰ੍ਹਾਂ ਤੁਹਾਡਾ ਮੂੰਹ ਚੜਾਉਂਦਾ ਰਿਹਾ, ਉਹ ਤੁਹਾਡੇ ਤੋਂ ਆਪਾਂ ਸੁਣਨਾ ਚਾਹਾਂਗੇ। ਪਟੇ ਮੈਨੂੰ ਇੰਨੇ ਵਜੇ ਨਾ ਮੇਰੀ ਪਿਛਲੀ ਸ਼ਰਟ ਪਟ ਗਈ ਸੀ, ਤੁਸੀਂ ਹਿਸਾਬ ਲੈਣਾ, ਤੇ ਮੈਂ ਬੇਹੋਸ਼ ਹੋ ਗਈ ਸੀ। ਤੁਸੀਂ ਇਹ ਦੇਖੋਗੇ ਮੇਰੀ ਇੱਕ ਅੱਖ ਵੀ ਛੋਟੀ ਹੈ, ਮੇਰੇ ਇੱਥੇ ਕਰੰਟ ਲਾਇਆ। 2 ਬੰਦੇ ਆਏ ਨੇ, ਮੈਨੂੰ ਉਹਨਾਂ ਦਾ ਪਤਾ, ਲੰਬੇ ਲੰਬੇ ਬੰਦੇ ਸੀ, ਉਹਨਾਂ ਨੇ ਮੈਨੂੰ ਇੱਦਾਂ ਸੁੱਟਤਾ ਥੱਲੇ, ਲੱਤੋਂ ਫੜ ਕੇ ਨਾ ਇੱਦਾਂ ਜਿੱਦਾਂ ਕਿਸੇ ਨੂੰ ਚੀਕ ਕਰਦਾ ਇੱਦਾਂ ਕਰਤਾ ਇਹਨਾਂ ਨੇ ਮੇਰੀਆਂ ਲੱਤਾਂ ਨੂੰ, ਮੇਰੀ ਚੀਕ ਨਿਕਲੀ। ਸਿੱਖ ਨੌਜਵਾਨਾਂ ਨੂੰ ਜੀਪਾਂ ਨਾਲ ਬੰਨ੍ਹ ਕੇ ਫਾੜਿਆ ਗਿਆ ਤਾਂ ਇਸ ਕੇਸ ਵਿੱਚ ਵੀ ਜੋ ਮੂੰਹੋਂ ਦੱਸ ਰਹੇ ਨੇ ਭੈਣ ਜੀ ਕਿ 2 ਬੰਦਿਆਂ ਨੂੰ ਇਹਨਾਂ ਨੂੰ ਦੋਵਾਂ ਲੱਤਾਂ ਤੋਂ ਫੜ ਕੇ ਇਸ ਤਰ੍ਹਾਂ, ਇੱਕ ਨੇ ਇੱਕ ਪਾਸੋਂ ਲੱਤ ਫੜੀ ਤੇ ਇੱਕ ਨੇ ਪਾਸੋਂ, ਮੈਨੂੰ ਮਤਲਬ ਇਹ ਗੱਲ, ਪਰ ਮੈਂ ਪਹਿਲਾਂ ਕਿਹਾ ਸੀ ਕਿ ਇਹ ਚੀਜ਼ਾਂ ਮੇਰੇ ਖਿਆਲ 'ਚ ਆਪਾਂ ਨੂੰ ਇਤਿਹਾਸ ਦਾ ਹਿੱਸਾ ਬਣਾਉਣੀਆਂ ਪੈਣੀਆਂ ਨੇ। ਇਹਨਾਂ ਜ਼ੁਲਮਾਂ ਨੂੰ ਵੀ ਇਹਨਾਂ ਦੀ ਵੀ ਅਗਲੀਆਂ ਪੀੜ੍ਹੀਆਂ ਸੁਣਨ ਕੇ ਸਾਡੇ ਪੁਰਖੇ ਕੀ ਕਰਦੇ ਰਹੇ ਨੇ, ਤਾਂ ਮੈਨੂੰ ਵਾਰ-ਵਾਰ ਇਹ ਚੀਜ਼ਾਂ ਮੁਗਲਾਂ ਦੇ ਵੇਲੇ ਦੇਖੋ, ਮੁਗਲਾਂ ਦਾ ਤੇ ਇਹ ਸੀ ਨਾ, ਇਹ ਤੇ ਸਰਦਾਰ ਹੈ, ਸੈਣੀ ਹੈ, ਇਹਨੇ ਤੇ ਆਪਣੇ ਹੀ ਮਾਰੇ ਆ, ਪੰਜਾਬੀ ਹੈ, ਇਹਨੇ ਤੇ ਆਪਣੇ ਹੀ ਮਾਰੇ ਆ। ਅਸ਼ਲੀਲ ਹਰਕਤਾਂ ਵੀ ਕਰਦਾ ਸੀ ਔਰ ਮੇਰੀ ਇਹਨਾਂ ਨੇ ਸਲਵਾਰ ਉਤਾਰਤੀ ਸੀ। ਮੈਂ ਉਹ ਟਾਈਮ ਯਾਦ ਨਹੀਂ ਕਰਨਾ ਚਾਹੁੰਦੀ ਕਿ ਵੀ ਮੇਰੇ ਨਾਲ ਇਹਨੇ ਕੀ ਕੀਤਾ। ਮੈਨੂੰ ਉਦੋਂ ਇਹਨਾਂ ਨੇ ਮਾਰ ਦੇਣਾ ਸੀ, ਇਹਨਾਂ ਨੇ ਮੇਰੇ ਨਾਲ ਰੇਪ ਵੀ ਕਰਨਾ ਸੀ ਔਰ ਇਹਨਾਂ ਨੇ ਮੈਨੂੰ ਮਾਰਨਾ ਵੀ। ਪੁੱਲਾ ਨਿਹੰਗ ਵਿੱਚ ਸ਼ਾਮਲ ਕਰਨ ਲਈ ਬੁਲਾਇਆ ਸੀ, ਪੁੱਲਾ ਨਿਹੰਗ ਇਹਨਾਂ ਨੂੰ ਸ਼ਾਮਲ ਕਰਨ ਲਈ ਬੁਲਾਇਆ ਸੀ। ਟੀਵੀ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਅੱਜ ਕੱਲ੍ਹ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖੂਬ ਚਰਚਾ 'ਚ ਨੇ। ਜਦੋਂ ਅਸੀਂ ਇਹ ਇੰਟਰਵਿਊ ਰਿਕਾਰਡ ਕਰ ਰਹੇ ਹਾਂ, ਉਸ ਵਕਤ ਹੀ ਐਨ ਇਸੇ ਵਕਤ ਭਾਰਤੀ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫਤਾਰੀ ਦੇ ਉੱਤੇ ਇੰਟੈਰਿਮ ਸਟੇ ਲਗਾ ਦਿੱਤਾ ਹੈ, ਜਿਹਨੂੰ ਆਪਾਂ ਆਰਜੀ ਤੌਰ ਤੇ ਰੋਕ ਕਹਿੰਦੇ ਆ। ਇਸ 'ਚ ਪੰਜਾਬ ਸਰਕਾਰ ਨੂੰ 2 ਹਫ਼ਤਿਆਂ ਲਈ ਜਵਾਬ ਦੇਣ ਦਾ ਸਮਾਂ ਦਿੱਤਾ ਗਿਆ ਹੈ। ਯਾਨੀ ਕਿ 2 ਹਫ਼ਤਿਆਂ ਲਈ ਜੋ ਗ੍ਰਿਫਤਾਰੀ ਦੀ ਤਲਵਾਰ ਸੈਣੀ ਦੇ ਸਿਰ ਤੇ ਲਟਕ ਰਹੀ ਸੀ ਪੰਜਾਬ ਪੁਲਿਸ ਦੀ, ਤਾਂ ਉਹ ਉਸ ਤੋਂ ਸੁਰਖਰੂ ਹੋ ਗਿਆ ਮਹਿਜ 2 ਹਫ਼ਤਿਆਂ ਲਈ। ਖੈਰ, ਅਦਾਲਤ ਨੇ ਕੀ ਕਰਨਾ ਹੈ, ਪੰਜਾਬ ਪੁਲਿਸ ਨੇ ਕੀ ਕਰਨਾ ਇਸ ਮਾਮਲੇ 'ਚ, ਇਹ ਵੱਖਰਾ ਵਿਸ਼ਾ ਹੈ। ਪਰ ਜਦੋਂ ਅੱਜ ਤੋਂ ਕਰੀਬ 1 ਮਹੀਨਾ ਪਹਿਲਾਂ 19 ਅਗਸਤ ਨੂੰ ਚੰਡੀਗੜ੍ਹ ਪੁਲਿਸ ਦੇ 2 ਅਧਿਕਾਰੀ ਜਿਹੜੇ ਉਸ ਵਕਤ ਬਲਵੰਤ ਸਿੰਘ ਮੁਲਤਾਨੀ ਨੂੰ ਜਦੋਂ ਟੌਰਚਰ ਕੀਤਾ ਗਿਆ, ਉਸ ਮਾਮਲੇ 'ਚ ਉਸ ਘਟਨਾ ਮੌਕੇ ਮੌਜੂਦ ਸੀ, ਉਹ ਇਹ ਦਾਅਵਾ ਕਰਦੇ ਹੋਏ ਵਾਅਦਾ ਮੁਆਫ ਗਵਾਹ ਬਣੇ ਨੇ ਤੇ ਉਹਨਾਂ ਨੇ ਆਪਣੇ ਜੋ ਬਿਆਨ ਦਿੱਤੇ ਨੇ, ਜਿਨ੍ਹਾਂ 'ਚ ਉਹਨਾਂ ਨੇ ਦੱਸਿਆ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਕਿਸ ਤਰ੍ਹਾਂ ਡੰਡਾ ਘੜ ਕੇ ਇੰਟੈਰੋਗੇਸ਼ਨ ਦੇ ਦੌਰਾਨ ਉਹਦੇ ਪਿਛਵਾੜੇ ਵਿੱਚ ਪਾ ਕੇ ਠੁੱਡ ਮਾਰ ਕੇ ਮਾਰਿਆ ਗਿਆ। ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਇੱਕ ਪਬਲਿਕ ਪਲੇਟਫਾਰਮ ਟੈਲੀਵਿਜ਼ਨ 'ਤੇ ਬੋਲਣੀਆਂ, ਪਰ ਕਿਉਂਕਿ ਘਟਨਾਵਾਂ ਕੋਈ ਜ਼ਿਆਦਾ ਪੁਰਾਣੀਆਂ ਨਹੀਂ ਹੈਗੀਆਂ, ਮੁਗਲਾਂ ਵੇਲੇ ਦੇ ਜਿਹੜੇ ਨੇ ਤਸੀਹੇ ਨਹੀਂ ਹੈਗੇ, ਇਹ ਜਸਟ ਆਜ਼ਾਦ ਭਾਰਤ ਦੇ ਅੱਜ ਤੋਂ 25, 30, 35 ਸਾਲ ਪਹਿਲਾਂ ਦੀਆਂ ਗੱਲਾਂ ਨੇ, ਸਾਡੇ ਆਲੇ ਦੁਆਲੇ ਹੀ ਵਾਪਰੀਆਂ ਨੇ। ਤੇ ਇਸ ਤਰ੍ਹਾਂ ਦੀਆਂ ਦਿਲ ਕੰਬਾਊ ਜੋ ਗੱਲਾਂ ਨੇ, ਇਹਨਾਂ ਨੂੰ ਉਹਨਾਂ ਸ਼ਬਦਾਂ 'ਚ ਹੀ ਸਾਨੂੰ ਮਜਬੂਰੀ ਵਸ ਬਿਆਨ ਕਰਨਾ ਪੈ ਰਿਹਾ ਹੈ, ਜੋ ਸੁਣ ਕੇ ਸ਼ਾਇਦ ਦਰਸ਼ਕਾਂ ਦਾ ਕਦੇ-ਕਦੇ ਜੋ ਹੈ ਮਨ ਜਿਹੜਾ ਹੈਗਾ ਵਿਚਲਿਤ ਵੀ ਹੁੰਦਾ ਹੋਏ, ਪਰ ਮੈਂ ਤੁਹਾਨੂੰ ਮਜਬੂਰੀ ਨਾਲ ਵਾਕਫ ਕਰਾਇਆ ਕਿ ਸਾਨੂੰ ਇਹ ਗੱਲਾਂ ਕਿਉਂ, ਤੁਹਾਡੇ ਨਾਲ ਇਹ ਸ਼ਬਦ ਕਿਉਂ ਵਰਤਣੇ ਪੈਂਦੇ ਨੇ। ਜੋ ਅਦਾਲਤ, ਜੋ ਭਾਸ਼ਾ ਅਦਾਲਤ ਦੇ ਵਿੱਚ ਵੀ ਹੁਣ ਇਹਨਾਂ ਸ਼ਬਦਾਂ ਦੇ ਵਿੱਚ ਹੀ ਹਿੱਸਾ ਬਣੀ ਹੈ ਅਦਾਲਤੀ ਰਿਕਾਰਡ ਦਾ। ਬਲਵੰਤ ਸਿੰਘ ਮੁਲਤਾਨੀ ਦਾ ਕੇਸ ਸੁਣ ਕੇ ਬਹੁਤ ਲੋਕਾਂ ਦੀ ਰੂਹ ਕੰਬੀ ਹੈ, ਕਿਉਂਕਿ ਜਦੋਂ ਇੱਕ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਫਸਰ ਜੋ ਕਿ ਕੋ-ਐਕਿਊਜ਼ਡ ਸਹਿ ਦੋਸ਼ੀ ਹੋਵੇ, ਉਹ ਦੱਸੇ ਕਿ ਅਸੀਂ ਕਿਸ ਤਰ੍ਹਾਂ ਮਾਰਿਆ ਸੀਗਾ, ਆਪਣੇ ਮੂੰਹ ਤੋਂ ਬੋਲੇ ਤੇ ਕੋਰਟ ਵਿੱਚ ਜਾ ਕੇ ਬੋਲੇ, ਤੇ ਉਹ ਵਾਅਦਾ ਮੁਆਫ ਗਵਾਹ ਹੋਵੇ। ਵਾਅਦਾ ਮੁਆਫ ਗਵਾਹ ਹੋਣ ਦਾ ਮਤਲਬ ਕਿ ਜੇਕਰ ਉਹ ਝੂਠ ਬੋਲੇਗਾ ਤਾਂ ਉਹਦੀ ਜੋ ਸਜ਼ਾ ਦੀ ਮੁਆਫੀ ਮਿਲਣੀ ਹੈ, ਉਹਨੂੰ ਮੁਆਫੀ ਦਾ ਵਾਅਦਾ ਮਿਲਿਆ ਜੋ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਜਾਂ ਅਦਾਲਤ ਵੱਲੋਂ, ਤਾਂ ਉਹ ਵਾਪਸ ਹੋ ਜਾਏਗਾ। ਇਟ ਮੀਨਸ ਉਹਦਾ ਸੱਚ ਬੋਲਣਾ ਸੁਭਾਵਿਕ ਹੈ ਕਿ ਸੱਚ ਹੀ ਬੋਲੇਗਾ, ਨਹੀਂ ਤਾਂ ਉਹਦੇ ਉੱਤੇ ਵੀ ਉਹੀ ਤਲਵਾਰ ਲਮਕੇਗੀ ਜਿਹੜੀ ਸੈਣੀ ਦੇ ਉੱਤੇ, ਜਿਹੜਾ ਮੁੱਖ ਦੋਸ਼ੀ ਹੈ, ਲਮਕ ਰਹੀ ਹੈ। ਅੱਜ ਦੀ ਇੰਟਰਵਿਊ ਮੇਰੀ ਫੇਰ ਗੁਜ਼ਾਰਿਸ਼ ਹੈ, ਹਮੇਸ਼ਾ ਮੈਂ ਕਹਿੰਦਾ ਹੁੰਦਾ ਹੈ ਕਿ ਤੁਸੀਂ ਅੰਤ ਤੱਕ ਜ਼ਰੂਰ ਫੋਲੋ ਕਰਿਓ ਤੇ ਇਸ ਨੂੰ ਆਪਣੇ ਡਿਜੀਟਲ ਲਾਇਬ੍ਰੇਰੀ ਦਾ ਰਿਕਾਰਡ ਵੀ ਬਣਾਇਓ, ਤਾਂ ਕਿ ਆਉਣ ਵਾਲੀਆਂ ਸਦੀਆਂ ਤੱਕ, ਆਉਣ ਵਾਲੇ ਸਾਲਾਂ ਤੱਕ ਸਾਡੀ ਕੌਮ ਜਾਂ ਮਨੁੱਖੀ ਹੱਕਾਂ ਦੇ ਲਈ ਦਰਦਮੰਦ ਲੋਕ ਜਿਹੜੇ ਨੇ ਉਹ ਜ਼ਰੂਰ ਯਾਦ ਕਰ ਸਕਣ ਕਿ ਪੰਜਾਬ ਦੇ ਵਿੱਚ ਲੋਕਾਂ ਨਾਲ ਕੀ ਹੋਇਆ ਸੀ ਉਹਨਾਂ 20, 25, 30 ਸਾਲਾਂ ਦੇ ਦੌਰਾਨ। ਇਹ ਇੰਟਰਵਿਊ ਮੈਂ ਅੱਜ ਕਰਨ ਜਾ ਰਿਹਾ ਸੈਣੀ ਦੇ ਹੀ ਇੱਕ ਅਜਿਹੇ ਹੀ ਘਿਨਾਉਣੇ, ਰੂਹ ਕੰਬਾਊ, ਦਿਲ ਕੰਬਾਊ ਤੇ ਇੱਕ ਇਨਸਾਨ ਨੂੰ ਦੂਜੇ ਇਨਸਾਨ ਨਾਲ ਬੁਰੀ ਤਰ੍ਹਾਂ ਨਫ਼ਰਤ ਕਰਨ ਲਈ ਮਜਬੂਰ ਕਰ ਦੇਣ ਵਾਲੇ ਦੀ ਇਸ ਅਜਿਹੀ ਹੀ ਘਟਨਾ ਦੀ ਪੀੜਤ 1984 ਜਿਹੜਾ ਸਿੱਖ ਕਤਲੇਆਮ ਸੀ, ਉਸ ਮਾਮਲੇ 'ਚ
ਕਾਂਗਰਸੀ ਆਗੂ ਸੱਜਣ ਕੁਮਾਰ ਦੇ ਖਿਲਾਫ ਚਸ਼ਮਦੀਦ ਗਵਾਹ ਬੀਬੀ ਨਿਰਪ੍ਰੀਤ ਕੌਰ ਉਹਨਾਂ ਨਾਲ। ਬੀਬੀ ਨਿਰਪ੍ਰੀਤ ਕੌਰ ਜੀ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਤੁਹਾਡੀ ਕਹਾਣੀ ਬਹੁਤ ਲੰਮੀ ਹੈ, ਪਰ ਕਿਉਂਕਿ ਅਸੀਂ ਖਬਰਾਂ ਵਾਲੇ ਲੋਕ ਹਾਂ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਨ੍ਹਾਂ ਦਿਨਾਂ 'ਚ ਜੋ ਖਬਰ ਜ਼ਿਆਦਾ ਗਰਮ ਹੋਏ, ਸਰਗਰਮ ਹੋਏ, ਉਸ ਦੇ ਉੱਤੇ ਥੋੜ੍ਹਾ ਜ਼ਿਆਦਾ ਅਗਰ ਕੰਮ ਕੀਤਾ ਜਾਏ। ਇੱਕ ਤਾਂ ਲੋਕਾਂ ਦਾ ਵੀ ਉਹਦੇ 'ਚ ਇੰਟਰਸਟ ਬਣਿਆ ਹੁੰਦਾ ਹੈ, ਅਤੇ ਦੂਜਾ ਜੋ ਕੇਸ ਚੱਲ ਰਿਹਾ ਹੈ, ਜੇਕਰ ਉਸ ਕੇਸ 'ਚ ਸਾਡੇ ਵੱਲੋਂ ਪਾਏ ਗਏ ਇਹ ਤਿਲ ਫੁੱਲ, ਖਬਰਾਂ ਰੂਪੀ ਤਿਲ ਫੁੱਲ, ਇੰਟਰਵਿਊਆਂ ਰੂਪੀ ਤਿਲ ਫੁੱਲ, ਜੇਕਰ ਉਸ ਘਟਨਾ ਦੇ ਵਿੱਚ, ਉਸ ਕੇਸ ਦੇ ਵਿੱਚ ਕਿਸੇ ਹੋਰ ਕੰਮ ਆ ਸਕਣ, ਤਾਂ ਜ਼ਰੂਰੀ ਹੈ ਕਿ ਜ਼ਿਆਦਾ ਖਲਾਰਾ ਪਾਉਣ ਦੀ ਬਜਾਏ ਉਸ ਕੈਪਸੂਲ 'ਚ ਹੀ ਗੱਲ ਕੀਤੀ ਜਾਏ ਕਿ ਜਿਸ ਨਾਲ ਸੰਬੰਧਿਤ ਸੁਮੇਧ ਸਿੰਘ ਸੈਣੀ ਜੁੜਦਾ ਹੈ, ਜਿਸ ਨਾਲ ਸੁਮੇਧ ਸਿੰਘ ਸੈਣੀ ਦੀ ਇੱਕ ਚੈਪਟਰ ਖੁੱਲ੍ਹਦਾ ਹੈ, ਦੂਜਾ ਕਾਲਾ ਚੈਪਟਰ ਖੁੱਲ੍ਹਦਾ ਹੈ ਕਿ ਉਸਨੇ ਇੱਕ ਬਲਵੰਤ ਸਿੰਘ ਮੁਲਤਾਨੀ ਨਾਂ ਦੇ ਨੌਜਵਾਨ ਦੇ ਉੱਤੇ ਤਾਂ ਕਿਸ ਤਰ੍ਹਾਂ ਤਸ਼ੱਦਦ ਕੀਤਾ ਹੈ, ਜੋ ਆਪਾਂ ਪਹਿਲਾਂ ਦੱਸਿਆ ਵੀ ਹੈ, ਪਰ ਇੱਕ ਔਰਤ ਦੇ ਉੱਤੇ, ਇੱਕ ਨੌਜਵਾਨ ਔਰਤ ਦੇ ਉੱਤੇ ਜੋ 20-21 ਸਾਲ ਦੀ ਹੈ ਮਹਿਜ, ਉਸ ਦੇ ਉੱਤੇ ਉਸ ਨਾਲ ਕਿਸ ਤਰ੍ਹਾਂ ਪੇਸ਼ ਆਇਆ, ਉਹ ਮੈਂ ਘਟਨਾ ਤੁਹਾਡੇ ਤੋਂ ਸੁਣਨਾ ਚਾਹਾਂਗਾ। ਤੁਸੀਂ ਚੰਡੀਗੜ੍ਹ ਦੇ ਗੁਰਮੀਤ ਸਿੰਘ ਜੋ ਹੱਤਿਆ ਕੇਸ ਸੀਗਾ, ਉਸ 'ਚ ਤੁਹਾਨੂੰ ਸ਼ਾਇਦ ਕੋਈ ਡਾਇਰੀ ਫੜੀ ਗਈ ਸੀ 1991 ਦੇ ਵਿੱਚ, ਜੋ ਮੈਨੂੰ ਜਾਣਕਾਰੀ ਮਿਲੀ ਹੈ। ਉਸ ਡਾਇਰੀ ਦੇ ਆਧਾਰ 'ਤੇ, ਉਹਦੇ 'ਤੇ ਨਾ ਹੋਣ ਦੇ ਆਧਾਰ ਦੇ ਉੱਤੇ ਤੁਹਾਨੂੰ ਚੁੱਕਿਆ ਗਿਆ ਸੀ, ਅਤੇ ਫਿਰ 5-6 ਦਿਨ ਤੁਹਾਡੇ ਨਾਲ ਜੋ ਜ਼ਿੰਦਗੀ ਦੇ ਵਾਪਰੇ ਉਹ ਬੜੇ ਖਤਰਨਾਕ ਸੀ। ਸੈਣੀ ਤੁਹਾਡੇ ਨਾਲ, ਸੈਣੀ ਅਤੇ ਸੈਣੀ ਦੀ ਉਹ ਫੌਜ, ਰਾਖਸ਼ਾਂ ਦੀ ਫੌਜ ਜਿਹੜੀ ਆ, ਉਹ ਕੀ ਕਰਦੀ ਰਹੀ। ਇਹਦੇ 'ਚ ਗੁਰਮੀਤ ਸਿੰਘ ਪਿੰਕੀ ਵੀ ਕਿਸ ਤਰ੍ਹਾਂ ਤੁਹਾਡਾ ਮੂੰਹ ਚੜਾਉਂਦਾ ਰਿਹਾ, ਉਹ ਤੁਹਾਡੇ ਤੋਂ ਆਪਾਂ ਸੁਣਨਾ ਚਾਹਾਂਗੇ। ਮੈਂ ਸਿਰਫ ਤੁਹਾਨੂੰ ਗੁਜ਼ਾਰਿਸ਼ ਇਹ ਕਰਾਂਗਾ ਕਿ ਤੁਹਾਨੂੰ ਜਦੋਂ ਚੁੱਕ ਕੇ ਸੈਕਟਰ 11 ਦੇ CIA ਸਟਾਫ 'ਚ ਲਿਜਾਇਆ ਗਿਆ ਹੈ ਗੁਰਮੀਤ ਸਿੰਘ ਕੇਸ ਦੇ ਵਿੱਚ, ਉਹ ਕੇਸ ਕੀ ਆ ਉਹ ਆਪਾਂ ਵੱਖਰੇ ਤੌਰ 'ਤੇ ਕਦੇ ਆਪਾਂ ਡਿਸਕਸ ਕਰ ਲਾਂਗੇ, ਤਾਂ ਜਾਂਦੇ ਸਾਰ ਤੁਹਾਡੇ ਨਾਲ ਕੀ ਸਲੂਕ ਹੋਣਾ ਸ਼ੁਰੂ ਹੋਇਆ? ਜਿਸ ਤਰ੍ਹਾਂ ਸਾਨੂੰ ਚੱਕ ਕੇ ਲਿਆਇਆ ਤੇ 5 ਮਿੰਟ ਦੇ ਅੰਦਰ ਨਾ, ਅਸੀਂ ਫਿਰ 5 ਮਿੰਟ ਹੀ ਲੱਗੇ ਨੇ ਗੁਰਮੀਤ ਫੈਡਰੇਸ਼ਨ ਨੂੰ, ਇਹਨਾਂ ਨੇ ਅਲਫਨੰਗਾ ਕਰਕੇ ਮੈਂ ਦੇਖਿਆ ਕਿ ਵੀ ਉਹਦੇ ਗੁਪਤ ਅੰਗ 'ਤੇ ਇਹਨਾਂ ਨੇ ਕਰੰਟ ਲਗਾਤਾ ਸੀ, ਤੁਹਾਡੇ ਸਾਹਮਣੇ, ਮੇਰੇ ਸਾਹਮਣੇ, ਹੈ ਨਾ, ਲਿਆਂਦਾ ਸਾਹਮਣੇ। ਔਰ ਮੈਨੂੰ ਉਸੇ ਵੇਲੇ ਮੈਨੂੰ ਲੈ ਗਏ ਨੇ, ਇੱਕ ਮਸ਼ੀਨ ਹੈ, ਇੱਕ ਰਾਊਂਡ ਜਿਹੀ ਮਸ਼ੀਨ ਘੁੰਮਦੀ ਹੈ, ਉਹਦੇ ਨਾਲ ਪਟਾ ਜਿਹਾ ਨਾ, ਮੈਨੂੰ ਇਹਨਾਂ ਨੇ ਉੱਥੇ ਸੁੱਟਤਾ। ਪਟੇ ਮੈਨੂੰ ਇੰਨੇ ਵਜੇ ਨਾ, ਮੇਰੀ ਪਿਛਲੀ ਸ਼ਰਟ ਫਟ ਗਈ ਸੀ, ਤੁਸੀਂ ਹਿਸਾਬ ਲਾਓ ਨਾ, ਮੈਂ ਬੇਹੋਸ਼ ਹੋ ਗਈ ਸੀ ਜੀ। ਮੈਨੂੰ ਕੋਈ ਹੋਸ਼ ਨਹੀਂ। ਮੈਨੂੰ ਕਹਿੰਦਾ ਜਦੋਂ ਕਿਤੇ ਅੱਧੇ ਪੌਣੇ ਘੰਟੇ ਬਾਅਦ ਕਿਤੇ ਮੈਨੂੰ ਹੋਸ਼ ਆਈ ਹੈ, ਉਸ ਤੋਂ ਬਾਅਦ ਹੈ ਮੈਨੂੰ ਸਾਹਮਣੇ ਲਿਆਂਦਾ, ਇਹ ਦੇਖਿਆ, ਅਤੇ ਫਿਰ ਉਸ ਤੋਂ ਬਾਅਦ ਮੈਨੂੰ ਚਪੇੜਾਂ ਮਾਰੀਆਂ। ਉੱਥੇ ਬਲਦੇਵ ਸੈਣੀ ਸੀ, ਇਹਦਾ ਜੂਨੀਅਰ, ਇੱਕ ਬਲਦੇਵ ਸੈਣੀ, ਇੱਕ ਹੈ ਸੁਮੇਧ ਸੈਣੀ, ਆਪ 2 ਜਣੇ ਹੋਰ ਸੀ ਜਿਹੜੇ ਆਪ ਇੰਟਰੋਗੇਟ ਕਰਦੇ, ਉਹਨਾਂ ਦਾ ਨਹੀਂ ਮੈਨੂੰ ਪਤਾ। ਔਰ ਉਦੋਂ ਮੈਨੂੰ ਇੰਨੀਆਂ ਚਪੇੜਾਂ ਮਾਰੀਆਂ ਕਿ ਮੈਂ ਬੇਹੋਸ਼ ਹੋ ਗਈ, ਮੈਨੂੰ ਕੋਈ ਪਤਾ ਨਹੀਂ ਜੀ। ਫਿਰ ਮੈਨੂੰ ਪਾਣੀ ਪਾਇਆ ਮੇਰੇ ਉੱਤੇ, ਪਾਣੀ ਪਾ ਕੇ ਫਿਰ ਮੈਨੂੰ ਸੁਰਤ ਆਈ, ਅਤੇ ਬਾਹਰ ਦਾ ਇੱਕ ਜਿੱਦਾਂ ਬੈਂਚ ਜਿਹਾ ਪਿਆ, ਇੱਕ ਬੈਂਚ 'ਤੇ ਹਰਵਿੰਦਰ ਮੁੰਡਾ, ਉਹ ਰੋਪੜ ਦਾ ਸੀ, ਉਹ ਪਹਿਲਾਂ ਸਾਡੇ ਤੋਂ ਫੜਿਆ ਗਿਆ ਸੀ, ਉਹਨੂੰ ਇਹਨਾਂ ਨੇ ਪਿੱਛੂ ਬੰਨਿਆ ਹੋਇਆ ਸੀ, ਔਰ ਉਹਦਾ ਰੰਗ ਇਹ ਜਿੱਦਾਂ ਹੁੰਦਾ ਨਾ ਕਾਲਾ, ਜਿੱਦਾਂ ਕਾਲਖ ਜਿਹੇ ਨੇ, ਮਤਲਬ ਇੰਨਾ ਸੁੱਜਿਆ ਪਿਆ ਸੀ, ਉਹਨੂੰ ਕੁੱਟਿਆ ਇੰਨਾ ਕੁੱਟਿਆ ਹੋਇਆ ਸੀ, ਔਰ ਉਹਦੇ ਉੱਤੇ ਠੰਡਾ ਪਾਣੀ ਪਾ ਰਹੇ ਸੀ। ਇਹ ਸਾਲ 1991 'ਚ ਸੈਕਟਰ 11 ਚੰਡੀਗੜ੍ਹ ਦੇ CIA 9 ਮਈ ਦੀ ਗੱਲ ਹੈ, 9 ਮਈ ਦੀ ਗੱਲ ਹੈ, ਹਾਂਜੀ। ਔਰ ਇਹਨਾਂ ਨੇ ਕੀਤਾ ਦੂਜੇ ਬੈਂਚ 'ਤੇ, ਇਹਨਾਂ ਨੇ ਮੈਨੂੰ ਬੰਨ੍ਹ ਕੇ, ਮੈਨੂੰ ਵੀ ਇਹਨਾਂ ਨੇ ਪਾਣੀ ਪਾ ਕੇ ਬੜਾ ਮਾਰਿਆ। ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਰੰਟ ਲਾਇਆ ਮੈਨੂੰ। ਤੁਸੀਂ ਦੇਖੋਗੇ ਮੇਰੀ ਇੱਕ ਅੱਖ ਛੋਟੀ ਆ ਜੀ, ਮੈਨੂੰ ਉਧਰ ਤੁਸੀਂ ਇੱਕ ਵਾਰ ਨਜ਼ਰ, ਤੁਸੀਂ ਇਹ ਦੇਖੋਗੇ ਮੇਰੀ ਇੱਕ ਅੱਖ ਵੀ ਛੋਟੀ ਹੈ। ਤੁਹਾਡੇ ਕਰੰਟ ਇੱਥੇ ਲਾਇਆ, ਮੂੰਹ ਤੇ ਲਾਇਆ? ਮੇਰੇ ਇੱਥੇ ਕਰੰਟ ਲਾਇਆ, ਕੰਨ ਦੇ ਕੋਲ, ਪੁਰਪੜੀ 'ਚ ਲਾਇਆ ਜੀ। ਉਹਦੇ ਨਾਲ ਮੇਰੀਆਂ ਨਸਾਂ ਵੀ ਖਿੱਚੀਆਂ ਗਈਆਂ। ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਿੱਦਾਂ ਕਿਸੇ ਚੀਜ਼ ਨੂੰ ਮਾਰੀਦਾ ਨਾ, ਇੱਦਾਂ ਕਰੀਦਾ, ਤਾਂ ਡੰਡਿਆਂ ਨਾਲ ਜੀ ਬੜਾ ਇਹਨਾਂ ਨੇ ਉਹਦੇ ਨਾਲ ਵੀ ਮੈਨੂੰ ਮਾਰਿਆ। ਇਹ ਚਾਹੁੰਦੇ ਸੀ ਕਿ ਬਕਾਉਣਾ, ਜੋ ਵੀ ਅਸਲੀਅਤ ਇਹ ਕਹਿੰਦੇ ਚਾਹੁੰਦੇ ਸੀ ਕਰਨਾ, ਉਹ ਇਹਨਾਂ ਕੋਲੋਂ ਨਹੀਂ ਹੋਇਆ ਜੀ। ਨਾ ਉੱਥੇ ਕੋਈ ਲੇਡੀ ਪੁਲਿਸ ਸੀ, ਨਾ ਕੋਈ ਸੀ। ਦੂਸਰੇ ਦਿਨ ਸਾਰੀ ਰਾਤ, ਉਦੋਂ ਸਾਰਾ ਦਿਨ ਦੁਪਹਿਰੀ ਜਿਸ ਕੇ ਫੜੇ ਗਏ ਸੀ ਅਸੀਂ, ਸਾਰਾ ਦਿਨ ਸਾਰੀ ਰਾਤ ਇਹੀ ਚੱਲਦਾ ਰਿਹਾ ਸਿਲਸਿਲਾ ਜੀ। ਚੀਕਾਂ ਨਿਕਲਦੇ ਰਹੀਆਂ, ਕੋਈ ਅਸੀਂ 3-4 ਜਣੇ ਫੜੇ ਸੀ, ਕਦੀ ਕਿਸੇ ਦੀ ਚੀਕ, ਕਦੀ ਕਿਸੇ, ਇਹ ਇੱਦਾਂ ਮਾਰਦੇ ਰਹੇ ਨੇ। ਫਿਰ ਉਸ ਤੋਂ ਬਾਅਦ ਨੈਕਸਟ ਡੇ ਇਹਨੇ ਸੁਮੇਧ ਸੈਣੀ ਨੇ ਮੈਨੂੰ ਆਪ ਮਾਰਿਆ, ਔਰ 2 ਬੰਦੇ ਆਏ ਨੇ, ਮੈਨੂੰ ਉਹਨਾਂ ਦਾ ਪਤਾ, ਲੰਬੇ ਬੰਦੇ ਸੀ, ਉਹਨਾਂ ਨੇ ਮੈਨੂੰ ਇੱਧਰ
ਸੁੱਟਤਾ ਥੱਲੇ, ਲੱਤੋਂ ਫੜ ਕੇ ਨਾ ਇੱਦਾਂ ਜਿੱਦਾਂ ਕਿਸੇ ਨੂੰ ਚੀਕ ਕਰਦਾ ਇੱਦਾਂ ਕਰਤਾ ਇਹਨਾਂ ਨੇ ਮੇਰੀਆਂ ਲੱਤਾਂ ਨੂੰ, ਮੇਰੀ ਚੀਕ ਨਿਕਲੀ। ਔਰ ਜਿਹੜੇ ਬੰਦੇ ਫੜੇ ਸੀ, ਹੋਰ ਮੁੰਡੇ ਫੜੇ ਸੀ, ਉਹਨਾਂ ਦੇ ਸਾਹਮਣੇ ਵੀ ਨਾ ਇਹ ਮਤਲਬ ਇੱਦਾਂ ਦੀਆਂ ਹਰਕਤਾਂ, ਮੈਂ ਕਹਿਣਾ ਨਹੀਂ ਚਾਹੁੰਦੀ, ਇਹ ਇੱਦਾਂ ਦੀਆਂ ਹਰਕਤਾਂ ਕਰਦਾ ਸੀ ਨਾ। ਇਹਨੂੰ ਇਹ ਸੀ ਕਿ ਮੈਨੂੰ ਕੋਈ ਪਤਾ ਹੀ ਨਹੀਂ ਸੀ ਕਿ ਵੀ ਮੇਰੇ ਘਰ ਵੀ ਕੋਈ ਧੀ ਭੈਣ ਹੈਗੀ ਹੈ, ਮੈਂ ਮੇਰਾ ਮਾਂ ਹੈ, ਮੈਂ ਕਿਸ ਮਾਂ ਤੋਂ ਪੈਦਾ ਮਾਂ, ਇਹਨੂੰ ਕੋਈ ਐਸ ਨਹੀਂ ਸੀ ਨਾ। ਇਹ ਅਸ਼ਲੀਲ ਹਰਕਤਾਂ ਵੀ ਕਰਦਾ ਸੀ ਜੀ। ਖੁਦ ਸੁਮੇਧ ਸੈਣੀ ਖੁਦ ਅਸ਼ਲੀਲ ਹਰਕਤਾਂ ਕਰਦਾ ਸੀ। ਮਤਲਬ ਜਿਸ ਤਰ੍ਹਾਂ ਕੁਝ ਘਟਨਾਵਾਂ ਮਿਲਦੀਆਂ ਨੇ ਕਿ ਕੁਝ ਸਿੱਖ ਨੌਜਵਾਨਾਂ ਨੂੰ ਜੀਪਾਂ ਨਾਲ ਬੰਨ੍ਹ ਕੇ ਫਾੜਿਆ ਗਿਆ, ਤਾਂ ਇਸ ਕੇਸ ਵਿੱਚ ਵੀ ਜੋ ਮੂੰਹੋਂ ਦੱਸ ਰਹੇ ਨੇ ਭੈਣ ਜੀ ਕਿ ਦੋ ਬੰਦਿਆਂ ਨੂੰ, ਇਹਨਾਂ ਨੂੰ ਦੋਵਾਂ ਲੱਤਾਂ ਤੋਂ ਫੜ ਕੇ ਇਸ ਤਰ੍ਹਾਂ, ਇੱਕ ਨੇ ਇੱਕ ਪਾਸਿਓਂ ਲੱਤ ਫੜੀ ਤੇ ਇੱਕ ਨੇ ਪਾਸੇ, ਮੈਨੂੰ ਮਤਲਬ ਇਹ ਗੱਲ, ਪਰ ਮੈਂ ਪਹਿਲਾਂ ਕਿਹਾ ਸੀ ਕਿ ਇਹ ਚੀਜ਼ਾਂ ਮੇਰੇ ਖਿਆਲ 'ਚ ਆਪਾਂ ਨੂੰ ਇਤਿਹਾਸ ਦਾ ਹਿੱਸਾ ਬਣਾਉਣੀਆਂ ਪੈਣੀਆਂ ਨੇ। ਆਪਾਂ ਆਪਣੀ ਅਰਦਾਸ ਵਿੱਚ ਵੀ ਸੁਣਦੇ ਹਾਂ ਚਰਖੜੀਆਂ ਤੇ ਚੜ੍ਹੇ, ਹਾਂਜੀ, ਹੋਰ ਬੜਾ ਕੁਝ ਘਰਾਉਣਾ ਅਸੀਂ ਸੁਣਦੇ ਹਾਂ, ਕਿਉਂਕਿ ਉਹ ਅਗਰ ਉੱਥੇ ਲਿਖੀ ਗਈ ਹੈ ਤਾਂ ਸਾਨੂੰ ਪਤਾ ਹੈ ਕਿ ਮੁਗਲਾਂ ਨੇ ਕਿਸ ਤਰ੍ਹਾਂ ਜ਼ੁਲਮ ਕੀਤੀ ਸੀ, ਉਸ ਵਕਤ ਦੇ ਸ਼ਾਸਕਾਂ ਨੇ ਕਿਵੇਂ ਜ਼ੁਲਮ ਕੀਤੇ ਸੀ। ਸੋ ਇਹਨਾਂ ਜ਼ੁਲਮਾਂ ਨੂੰ ਵੀ ਇਹਨਾਂ ਦੀ ਵੀ ਅਗਲੀਆਂ ਪੀੜ੍ਹੀਆਂ ਸੁਣਨ ਕਿ ਸਾਡੇ ਪੁਰਖੇ ਕੀ ਕਰਦੇ ਰਹੇ ਨੇ, ਤਾਂ ਮੈਨੂੰ ਵਾਰ-ਵਾਰ ਇਹ ਚੀਜ਼ਾਂ ਮੁਗਲਾਂ ਦੇ ਵੇਲੇ ਦੇਖੋ, ਮੁਗਲਾਂ ਦਾ ਤੇ ਇਹ ਸੀ ਨਾ, ਇਹ ਤੇ ਸਰਦਾਰ ਹੈ, ਸੈਣੀ ਹੈ, ਇਹਨੇ ਤੇ ਆਪਣੇ ਹੀ ਮਾਰੇ, ਪੰਜਾਬੀ ਹੈ, ਇਹਨੇ ਤੇ ਆਪਣੇ ਹੀ ਮਾਰੇ ਆ ਜੀ। ਔਰ ਫਿਰ ਇਹਨੂੰ ਤਾਂ ਇੰਨਾ ਵੀ ਨਹੀਂ ਰਹਿਮ ਆਇਆ ਕਿ ਵੀ ਮੈਂ ਜਨਾਨੀਆਂ 'ਤੇ ਵੀ ਇੰਟਰੋਗੇਟ ਕਰਾਂ, ਕੋਲ ਜਨਾਨੀ ਖੜੀ ਕਰ ਲਾਂ, ਉਹ ਵੀ ਨਹੀਂ। ਇਹ ਇੱਦਾਂ ਦਾ ਸ਼ਖਸ ਹੈ। ਮਤਲਬ ਤੁਸੀਂ ਇੱਕ ਗੱਲ ਕਹੀ ਹੈ ਕਿ ਇਹਨੂੰ ਤਾਂ ਇਹ ਵੀ ਨਹੀਂ ਕਿ ਇੰਟਰੋਗੇਸ਼ਨ ਕਰਨ ਵੇਲੇ ਕੋਈ ਮਹਿਲਾ ਖੜੀ, ਲੇਡੀ ਪੁਲਿਸ ਅਫਸਰ ਖੜੀ ਕਰ ਲਓ, ਜੋ ਕਿ ਬਾਅਦ 'ਚ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜ਼ਰੂਰੀ ਹੈ ਕਿ ਮਹਿਲਾ ਦਾ ਹੋਣਾ। ਕੋਈ ਮੈਂ ਤੇ ਲੇਡੀ ਪੁਲਿਸ ਕੋਈ ਦੇਖੇ ਨਹੀਂ, ਜਿੰਨੇ ਦਿਨ ਤੁਹਾਡੇ ਟੌਰਚਰ ਹੁੰਦਾ ਰਿਹਾ, ਜਿੰਨੇ ਮੈਂ ਤੇ ਕੋਈ ਦੇਖੀ ਨਹੀਂ, ਬੰਦੇ ਹੀ ਸੀਗੇ ਸਾਰੇ, ਬੰਦੇ ਹੀ ਸੀ ਸਾਰੇ। ਤੇ ਜਿਹੜੇ ਤੁਹਾਡੇ ਨਾਲ ਜਿਹੜੇ ਨੌਜਵਾਨ ਸੀਗੇ, ਜਿਹੜੇ ਸਿੱਖ ਨੌਜਵਾਨ ਫੜੇ ਹੋਏ ਸੀ, ਤੇ ਉਹਨਾਂ ਨੂੰ ਤੁਹਾਡੇ ਸਾਹਮਣੇ ਅਲਫ ਨੰਗੇ ਕਰਕੇ ਜ਼ਲੀਲ ਕੀਤਾ। ਤੁਹਾਨੂੰ ਵੀ ਜ਼ਲੀਲ ਕੀਤਾ ਜਾਂਦਾ ਸੀ, ਉਹਨਾਂ ਨੂੰ ਵੀ ਜ਼ਲੀਲ ਕੀਤਾ ਜਾਂਦਾ ਸੀ ਜੀ। 10 ਤਰੀਕ ਨੂੰ ਇਹਨਾਂ ਨੇ ਇਹ ਕੀਤਾ। ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਮੁੰਡਾ ਹੋਰ ਖੜਾ ਸੀ, ਮੈਨੂੰ ਉਹਦਾ ਨਾਂ ਨਹੀਂ ਪਤਾ, ਉਹ ਇੱਥੇ ਲਾਗੇ ਦਾ ਹੈਗਾ, ਸ਼ਾਇਦ ਜਰਨੈਲ ਉਹਦਾ ਨਾਂ ਹੈਗਾ ਜੀ। ਉਹ ਇਹਨਾਂ ਨੇ ਕੀਤਾ, ਉਹਨੇ ਕਰਕੇ ਨਾ ਤੇ ਉਹਨੂੰ ਵੀ ਛੇੜਨਾ, ਇਸ ਤਰ੍ਹਾਂ ਕਰਦਾ, ਉਹਨੂੰ ਵੀ ਅਲਫ ਨੰਗਾ ਕੀਤਾ। ਹਰ ਮਤਲਬ ਇਸ ਤਰ੍ਹਾਂ ਦੇ ਕਰਨਾ, ਉਹਨਾਂ ਨੂੰ ਨਾ ਉਹਨਾਂ ਦੇ ਗੁਪਤ ਅੰਗਾਂ 'ਤੇ ਨਾ ਡੰਡਾ ਫੇਰਨਾ ਵੀ ਇੱਦਾਂ ਕਰਨਾ, ਔਰ ਕੋਲ ਮੈਨੂੰ ਖੜੇ ਕਰ ਦੇਣਾ ਕਿ ਵੀ ਇਹਨੂੰ ਜ਼ਲੀਲ ਕਰੀਏ ਜੀ। 11/10 ਨੂੰ, ਮੈਂ ਹੁਣ ਦੱਸ ਨਹੀਂ ਸਕਦੀ ਇਹਨੇ ਕੀ ਕੀਤਾ। 10 ਰਾਤ ਨੂੰ ਇਹਨੇ ਮੈਨੂੰ ਖੜੇ ਕਰਤਾ, ਲੱਤਾਂ ਚੌੜੀਆਂ ਕਰਾਤੀਆਂ। ਤੁਸੀਂ ਨਗਨ ਸੀਗੇ ਮਤਲਬ? ਨਹੀਂ, ਮੈਂ ਨਗਨ ਨਹੀਂ ਸੀ, ਉਹ ਬੰਦਾ ਹਨ। ਲੱਤਾਂ ਚੌੜੀਆਂ ਕਰਤੀਆਂ ਮੇਰੀਆਂ, ਤੇ ਡੰਡੇ ਨਾਲ ਨਾ ਇਹ ਮਤਲਬ ਛੇੜਖਾਨੀ ਕਰਦਾ ਸੀ ਜੀ। ਔਰ ਇੰਨੇ ਲਫ਼ਜ਼ ਗੰਦੇ ਬੋਲਦਾ ਸੀ ਨਾ, ਕਹਿੰਦਾ ਇਹ ਜਦੋਂ ਯਾਰਾਂ ਦਾ ਮਿਲਦਾ, ਇਸ ਤਰ੍ਹਾਂ ਦੇ ਵਰਡ ਹੁੰਦੇ ਸੀ। ਇਹ ਨਾ ਹੁਣ ਚੀਕ ਨਿਕਲਦੀ ਸੀ ਤੇ ਇੱਦਾਂ ਇਹ ਵਰਡ ਬੋਲਦਾ ਸੀ ਜੀ। ਮੈਂ ਉਹ ਟਾਈਮ ਯਾਦ ਨਹੀਂ ਕਰਨਾ ਚਾਹੁੰਦੀ ਕਿ ਵੀ ਮੇਰੇ ਨਾਲ ਇਹਨੇ ਕੀ ਕੀਤਾ। ਇਹ ਸਾਰਾ ਕੁਝ ਸੈਕਟਰ 11 ਦੇ ਥਾਣੇ 'ਚ ਹੁੰਦਾ ਰਿਹਾ, ਸੈਕਟਰ 11 ਇੰਟਰੋਗੇਸ਼ਨ ਸੈਂਟਰ 'ਚ। 11 ਤਰੀਕ ਨੂੰ ਫਿਰ ਇਹ ਮੈਨੂੰ ਲੈ ਗਏ, 11 ਨੂੰ ਜਾਂ 12 ਨੂੰ ਲੈ ਗਏ ਮਣੀ ਮਾਜਰੇ ਜੀ। ਇਹਨਾਂ ਨੇ ਉੱਥੇ ਕੀਤਾ, ਉੱਥੇ ਇਹਨਾਂ ਨੇ ਮੇਰੇ ਤੇ ਰੋਲਰ ਫੇਰਿਆ ਲੱਤਾਂ ਦੇ ਉੱਤੇ। ਉਹ ਵੀ ਮਰਦਾ ਨਹੀਂ ਫੇਰਿਆ, ਰੋਲਰ ਜਿਹਾ ਫਿਰਦਾ, ਏਡਾ ਜਿਹਾ ਪਾਈਪ ਜਿਹਾ ਹੁੰਦਾ ਉਹਦਾ ਨਾ, ਇੱਕ ਬੰਦਾ ਇੱਥੇ ਚੜ ਜਾਂਦਾ ਸੀ, ਇੱਕ ਬੰਦਾ ਇੱਥੇ, ਹਾਂਜੀ ਐਦਾਂ ਕਰਦੇ ਫੇਰੀਆਂ। ਫਿਰ ਪੁੱਠਾ ਕਰਕੇ ਤੇ ਪਿੰਨੀਆਂ ਤੇ ਐਦਾਂ ਕਰਦੇ ਨੇ। ਮੇਰੀਆਂ ਲੱਤਾਂ ਸਰਦੀਆਂ 'ਚ ਚਲਦੀਆਂ ਨਹੀਂ, ਮੇਰਾ ਬਹੁਤ ਬੁਰਾ ਹਾਲ ਹੁੰਦਾ ਅਜੇ ਵੀ ਜੀ। ਇਹਨੇ ਉੱਥੇ ਕੀਤਾ। ਫਿਰ ਉੱਥੇ ਮੈਂ ਕਹਿੰਦੀ ਹਾਂ ਕਿਸਮਤ ਚੰਗੀ ਆ, ਉਹ ਪਲਾ ਹੋਏ ਚੰਡੀਗੜ੍ਹ ਪੁਲਿਸ ਦਾ ਇੱਕ ਮੁਲਾਜ਼ਮ ਸੀ, ਜਿਹਨੇ ਇਨਫੋਰਮੇਸ਼ਨ ਬਾਹਰ ਦੇਤੀ ਸੀ, ਤੇ ਵੀ ਉੱਥੇ ਫਾਇਰਿੰਗ ਹੋ ਗਈ। ਮਤਲਬ ਉਹਨੇ ਦੱਸਿਆ ਇਨਫੋਰਮੇਸ਼ਨ ਕਿ ਬੀਬੀ ਨਿਰਪ੍ਰੀਤ ਕੌਰ ਨਾਲ ਉੱਥੇ ਇਹ ਸਲੂਕ ਕੀਤਾ ਜਾ ਰਿਹਾ। ਜਦੋਂ ਬਾਹਰ ਕਿਤੇ ਵੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਘਟਨਾ ਵਾਪਰਦੀ ਹੈ ਕਿ ਮਨੀ ਮਾਜਰਾ ਦਾ ਜਿਹੜਾ ਉਹ ਥਾਣਾ ਜਿੱਥੇ ਤੁਹਾਨੂੰ ਬੰਦ ਕੀਤਾ ਗਿਆ ਸੀ, ਹਾਂਜੀ, ਉੱਥੇ ਫਾਇਰਿੰਗ ਹੋ ਗਈ। ਹਾਂ, ਨਹੀਂ ਉੱਥੇ ਮੈਨੂੰ ਬੰਦ ਨਹੀਂ ਸੀ ਕੀਤਾ, ਉੱਥੇ ਮੈਨੂੰ ਇੰਟਰੋਗੇਟ ਕਰਨ ਵਾਸਤੇ ਲੈ ਕੇ ਗਏ। ਮਤਲਬ ਬੰਦ ਤਾਂ ਕਹਿਣ ਦਾ ਮਤਲਬ ਕਿ ਤੁਹਾਨੂੰ ਥਾਣੇ ਦੇ ਅੰਦਰ ਰੱਖਿਆ, ਕਸਟਡੀ 'ਚ ਤੁਸੀਂ। ਹਾਂਜੀ, 11 ਸੈਕਟਰ ਤੋਂ ਮੈਨੂੰ ਉੱਥੇ ਲੈ ਗਏ। ਔਰ ਮੈਂ ਉਹ ਸੀਨ ਨਹੀਂ ਭੁੱਲਦੀ। ਪੂਲਾ ਨਿਹੰਗ, ਹਾਂ, ਬੇਸਮੈਂਟ 'ਚ ਸੀ ਮੈਂ, ਉੱਤੋਂ ਪੌੜੀਆਂ 'ਚ ਨਾ ਮੈਨੂੰ ਲੰਮੇ ਪਏ, ਮੇਰੇ ਤੇ ਰੋਲਰ ਫੇਰੇ ਸੀ, ਔਰ ਮੇਰੀ ਇਹਨਾਂ ਨੇ ਸਲਵਾਰ ਉਤਾਰਤੀ ਸੀ ਉੱਥੇ ਜੀ। ਕਿੰਨੇ ਮੁਲਾਜ਼ਮ ਉੱਥੇ ਸੀ ਹੋਰ ਉਸ ਵਕਤ? ਉੱਥੇ 5-6 ਜਣੇ ਸੀ। ਔਰ ਉੱਥੇ ਮੈਨੂੰ ਇਹਨਾਂ ਨੇ ਬੋਲਿਆ, ਕਹਿੰਦੇ ਤੂੰ ਗੁਰਮੀਤ ਨੂੰ ਮਿਲਣ ਆਈ ਹੈ ਨਾ, 45 ਸੈਕਟਰ ਵਾਲੇ ਨੂੰ ਜੀ।
ਕਹਿੰਦੇ ਉਹਨੇ ਸਾਨੂੰ ਸਾਰਾ ਕੁਝ ਦਿੱਤਾ। ਮੈਂ ਕਿਹਾ ਨਹੀਂ, ਮੈਨੂੰ ਨਹੀਂ ਪਤਾ। ਮੈਂ ਕਿਹਾ ਮੈਂ ਜਾਣਦੀ ਨਹੀਂ ਗੁਰਮੀਤ ਕੌਣ ਹੈ। ਜੀ ਇਹਨਾਂ ਨੇ ਫਿਰ ਉੱਥੋਂ ਮੈਨੂੰ ਅਜੇ ਵੀ ਚੇਤੇ ਹੈ ਕਿ ਵੀ ਇੱਦਾਂ ਮੁੱਛਾਂ ਨੂੰ ਤਾਣਾ ਦਿੰਦਾ ਹੋਇਆ ਇਹ ਉੱਤਰ ਰਿਹਾ। ਪੂਲਾ ਨਿਹੰਗ ਪੂਲਾ ਨਿਹੰਗ ਇਹਦਾ ਦੋਸਤ ਸੀਗਾ, ਜੱਜਾਂ ਨੂੰ ਧਮਕੀਆਂ ਦਿੰਦਾ ਹਾਂ, ਰਿਹਾ। ਇਹਦਾ ਮੇਰੀ ਨਿਹੰਗ- ਜਸਟਿਸ ਇਹਦਾ- ਰਣਜੀਤ ਸਿੰਘ ਉਹਨਾਂ ਨਾਲ ਗੱਲ ਬਿਲਕੁਲ, ਗੱਲ ਇਹ ਹੋਈ ਹੈ। ਤੇ ਸਾਰਾ ਕੁਝ ਇਹਨਾਂ ਦੀ ਇੱਕ ਗੱਲ ਜੀ, ਸੀ। ਜੀ ਮੇਰੀ ਕਿਸਮਤ ਚੰਗੀ ਸੀ, ਉਸ ਵੇਲੇ ਫਾਇਰਿੰਗ ਹੋ ਗਈ, ਇਹਨਾਂ ਨੂੰ ਉਸ ਵੇਲੇ ਭਾਜਣਾ ਪੈ ਗਈਆਂ ਤੇ ਮੈਨੂੰ ਇੱਧਰ ਲੈ ਆਏ। ਜੀ ਨਹੀਂ ਤਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤੁਹਾਨੂੰ ਪਤਾ ਨਹੀਂ ਕੀ ਕਰਨਾ, ਮੈਨੂੰ ਉਦੋਂ ਇਹਨਾਂ ਨੇ ਮਾਰ ਦੇਣਾ ਸੀ। ਜੀ ਜੀ ਇਹਨਾਂ ਨੇ ਮੇਰੇ ਨਾਲ ਰੇਪ ਵੀ ਕਰਨਾ ਸੀ ਔਰ ਇਹਨਾਂ ਨੇ ਮੈਨੂੰ ਮਾਰਨਾ ਵੀ। ਪੂਲਾ ਨਿਹੰਗ ਵਿੱਚ ਸ਼ਾਮਲ ਕਰਨ ਲਈ ਬੁਲਾਇਆ ਸੀ ਪੂਲਾ ਨੇ ਇਹਨਾਂ ਨੂੰ ਸ਼ਾਮਿਲ ਕਰਨ ਲਈ ਬੁਲਾਇਆ ਸੀ ਤੇ ਪੂਲਾ ਨੇ ਮੈਨੂੰ ਰੇਪ ਕਰਕੇ ਤੇ ਮਾਰ ਦੇਣਾ ਸੀ, ਹੋਰ ਕੀ ਕਰਨਾ ਸੀ। ਇਹ ਸਾਰਾ ਇਦਾਂ ਦਾ। ਜੀ ਮੇਰੀ ਕਿਸਮਤ ਚੰਗੀ ਸੀ, ਉਸ ਵੇਲੇ ਇਹ ਹੋਇਆ। ਪਰ ਇਹ ਫਿਰ ਉਸ ਰਾਤ ਇਹਨੇ ਜਿਹੜਾ ਮੈਨੂੰ ਆਪ ਸੁਮੇਧ ਸੈਣੀ ਨੇ ਇੰਟਰੋਗੇਟ ਕੀਤਾ, ਫਿਰ ਵਾਪਸ ਚੰਡੀਗੜ੍ਹ ਲਿਆ ਕੇ ਫਿਰ ਇਹਨੇ ਕੀਤਾ। ਫਿਰ ਮੇਰੇ ਨਾਲ ਦੇ ਜਿਹੜੇ ਫੜੇ ਗਏ ਸੀ ਸਾਰਿਆਂ ਨੇ ਕਿਹਾ ਕਿ ਵੀ ਨਹੀਂ, ਇਹਨੂੰ ਕੁਛ ਨਹੀਂ ਪਤਾ, ਇਹਦਾ ਕੋਈ ਨਹੀਂ, ਵੀ ਇਹ ਤਾਂ ਸਿਰਫ ਆਪਣੇ ਬੇਟੇ ਨੂੰ ਮਿਲ ਕੇ ਆ ਰਹੀ ਹੈ ਬੜੂ ਸਾਹਿਬ ਤੋਂ, ਇਹਨੂੰ ਕੁਛ ਨਹੀਂ ਪਤਾ, ਅਸੀਂ ਇਹਦੀ ਗੱਡੀ 'ਚ ਆਇਆ ਔਰ ਇਹਨੂੰ ਕੁਛ ਨਹੀਂ ਪਤਾ। ਜੀ ਪਰ ਉਹਨੂੰ ਇਹ ਹਜਮ ਹੀ ਨਹੀਂ ਸੀ, ਔਰ ਮੈਂ ਵੀ ਕਹਿ ਰਹੀ, ਉਹਨੂੰ ਇਹ ਹਜਮ ਹੀ ਨਹੀਂ ਹੋ ਰਿਹਾ ਸੀ ਕਿ ਬਈ ਇਹ ਗੱਲ ਹੈ ਕਿ ਇਹ ਨਜਾਇਜ਼ ਹੈ, ਕਿਉਂਕਿ ਮੇਰੇ ਦਿਲ 'ਚ ਹੈ ਨਹੀਂ ਸੀ। ਮੈਂ ਆਪਣੇ ਹਸਬੈਂਡ ਦਾ ਨਾਂ ਦੱਸਦਾ ਸੀ ਤੇ ਬੇ ਗੱਲ ਹੈ, ਕਹਿੰਦਾ ਐਡੇ ਖਾੜਕੂ ਦੀ ਕਰਦੀ ਆ ਰਹੀ, ਇਹ ਨਾ ਬਹੁਤ ਕੁਛ ਉਹ ਬੋਲਿਆ। ਬੱਬਰ ਨੇ ਗੰਦਾ ਟੱਬਰ ਹੈ ਜੋ ਕੁਛ ਬੋਲਿਆ ਇਹਨੇ, ਮੈਂ ਕੁਛ ਨਹੀਂ ਬੋਲੀ, ਆਪਣਾ ਮੈਂ ਟਾਈਮ। ਫਿਰ ਇਹਨੇ ਉਸ ਦਿਨ ਰਾਤ ਨੂੰ ਫਿਰ ਇਹਨੇ ਰਾਜੇ ਦੇ ਸਾਹਮਣੇ, ਰਾਜਾ ਬੌਸ ਦਿੱਲੀ ਵਾਲਾ ਜੀ ਪਰਮਿੰਦਰ, ਕਿਉਂਕਿ ਉਹ ਵੀ 84 ਤੋਂ ਬਾਅਦ ਇੱਥੇ ਆਏ ਸੀ ਦੰਗਿਆਂ ਕਰਕੇ। ਜੀ ਤੇ ਵੀ ਬਾਅਦ 'ਚ ਪਤਾ ਲੱਗਿਆ ਵੀ ਇਕੱਠੇ ਮਿਲੇ ਵੀ ਆ। ਇਹਨੇ ਫਿਰ ਰਾਜੇ ਨੇ ਵੀ ਇਹਨੂੰ ਆਖਿਆ ਮੈਂ ਨਹੀਂ ਜਾਣਦਾ ਤੁਹਾਡੇ ਬਾਰੇ। ਹਾਂਜੀ ਜੀ ਮੈਂ ਕਿਹਾ ਮੈਂ ਨਹੀਂ ਜਾਣਦੀ ਇਹਨੂੰ, ਇਹ ਗੱਲ ਆ। ਪਰ ਫਿਰ ਵੀ ਹੈ ਰਾਜੇ ਦੇ ਨੂੰ ਜਦੋਂ ਮੈਨੂੰ ਤੰਗ ਕਰਦਾ ਸੀ, ਬੋਲਦਾ ਸੀ ਬਹੁਤ, ਇੱਦਾਂ ਕਹਿੰਦਾ ਰਾਜੇ ਨੂੰ ਬਹੁਤ ਗਾਲ ਮੰਨਦਾ ਸੀ, ਬਹੁਤ ਕਹਿੰਦਾ ਨਾ। ਰਾਜਾ ਸੁਮੇਧ ਸੈਣੀ ਨੂੰ ਗਾਲਾਂ ਕੱਢਦਾ ਸੀ, ਸੁਮੇਧ ਸੈਣੀ ਦੀ ਕਸਟਡੀ ਵਿੱਚ ਦੇ ਵਿੱਚ ਹੀ। ਜੀ ਇੰਨਾ ਦਲੇਰ ਸੀ, ਇੰਨਾ ਦਲੇਰ ਸੀ। ਉਹਨੇ ਥੱਪੜ ਵੀ ਮਾਰਿਆ ਸੁਮੇਧ ਸੈਣੀ ਨੂੰ। ਜਦੋਂ ਉਹਨੇ ਸੁਮੇਧ ਸੈਣੀ ਨੇ ਮੇਰੇ ਡੰਡਾ, ਮੇਰੀਆਂ ਲੱਤਾਂ ਚੌੜੀਆਂ ਕੀਤਾ ਔਰ ਰਾਜੇ ਨੂੰ ਕੁਝ ਬੋਲਿਆ ਜੀ। ਪਰ ਨਾ ਕੁਦਰਤੀ ਨਾ ਰਾਜੇ ਨੂੰ ਇੰਨਾ ਗੁੱਸਾ ਚੜਿਆ, ਰਾਜੇ ਨੇ ਉਹਦਾ ਹੱਥ ਛਡਾ ਕੇ ਨਾ ਉਹਦੇ ਥੱਪੜ ਮਾਰੇ। ਹੱਥ ਉਹਦੇ ਦੂਜੇ ਮੁਲਾਜ਼ਮਾਂ ਨੇ ਫੜੇ ਹੋਏ ਸੀ। ਹਾਂਜੀ ਜੀ ਮਤਲਬ ਉਹਨੂੰ ਨਾ ਫਿਰ ਰਾਜੇ ਨੂੰ ਵੀ ਇੱਦਾਂ ਕਰਨਾ ਵੀ ਉਹਨੂੰ ਅਲਫਨੰਗਾ ਕੀਤਾ ਹੋਇਆ ਸੀ, ਉਹਦੇ ਗੁਪਤ ਅੰਗਾਂ 'ਤੇ ਡੰਡਾ ਫੇਰਨਾ, ਇੱਦਾਂ ਕਰਨਾ ਵੀ ਉਹਨੂੰ ਛੇੜਨਾ। ਮਤਲਬ ਮੈਂ ਹੁਣ ਕਹਿਣਾ ਨਹੀਂ ਚਾਹੁੰਦੀ ਇੱਥੇ, ਕਹਿਣਾ ਕਹਿੰਦਾ ਹੁਣ ਤੇਰਾ ਖੜਾ ਨਹੀਂ ਹੁੰਦਾ ਇਹਨੂੰ ਦੇਖ ਕੇ, ਮਤਲਬ ਇੱਦਾਂ ਬੋਲਦਾ ਸੀ ਜੀ। ਮਤਲਬ ਇੰਨਾ ਇੱਥੇ ਜ਼ਲੀਲ ਇਹਨੇ ਕੀਤਾ। ਫਿਰ ਉਸ ਮਤਲਬ ਇੱਦਾਂ ਮੈਂ 7-8 ਦਿਨ ਮੈਨੂੰ ਇਹਨੇ 8 ਦਿਨ ਰੱਖਿਆ। ਮੇਰਾ 8 ਦਿਨ ਮੇਰਾ ਇਹ ਹੁੰਦਾ ਰਿਹਾ ਮੇਰੇ ਨਾਲ। ਇੱਕ ਦਿਨ ਵਿੱਚ ਗੁਰਮੀਤ ਪਿੰਕੀ ਵੀ ਆਇਆ। ਗੁਰਮੀਤ ਪਿੰਕੀ ਮੈਂ ਨਹੀਂ ਜਾਣਦੀ, ਉੱਥੇ ਜਣੇ ਕਾਫੀ ਬੈਠੇ, ਮੈਨੂੰ ਲਿਆਂਦਾ, ਕਹਿੰਦਾ ਮੈਨੂੰ ਜਾਣਦੀ ਆ। ਅੱਛਾ ਉਹਨੇ ਟੀਚਰ ਕੀਤੀ ਤੁਹਾਨੂੰ? ਉਹਨੇ ਮੈਨੂੰ ਟੀਚਰ ਕੀਤਾ, ਬੜਾ ਕਹਿੰਦਾ ਮੈਨੂੰ ਜਾਣਦੀ ਆ। ਮੈਂ ਕਿਹਾ ਨਹੀਂ। ਇਹ ਸੈਕਟਰ 11 CIA 'ਚ ਸੈਕਟਰ 11 ਉੱਥੇ ਗੁਰਮੀਤ ਪਿੰਕੀ ਬੈਠਾ ਸੀ ਤੇ ਉਹਨੇ ਤੁਹਾਨੂੰ ਟੀਚਰ ਕੀਤੀ? ਹਾਂਜੀ। ਕਹਿੰਦਾ ਮੈਨੂੰ ਜਾਣਦੀ ਆ। ਮੈਂ ਕਿਹਾ ਨਹੀਂ। ਕਹਿੰਦਾ ਮੈਂ ਸੰਤੋਖ ਕਾਲੇ ਨਾਲ ਹੁੰਦਾ ਸੀ। ਸੰਤੋਖ ਕਾਲਾ? ਹਾਂਜੀ, ਜੋ ਟਾਊਟ ਸੀ ਇਹਨਾਂ ਦਾ। ਕਹਿੰਦਾ ਗੁਰਮੀਤ ਪਿੰਕੀ ਕਹਿੰਦਾ ਮੈਂ ਤਾਂ ਕਦੇ ਟਾਊਟ ਜਾਂ ਕੈਟ ਰਿਹਾ ਹੀ ਨਹੀਂ, ਮੈਂ ਤਾਂ ਕਹਿੰਦਾ ਮੈਂ ਸੰਤੋਖ ਕਾਲੇ ਨਾਲ ਹੁੰਦਾ ਸੀ। ਜੋ ਇਹ ਤੁਹਾਨੂੰ ਕਿਹਾ ਇਹਨੇ ਮੈਨੂੰ ਗੱਲ ਆਖੀ ਆ। ਤੇ ਮੈਂ ਕਿਹਾ ਮੈਂ ਸੰਤੋਖ ਕਾਲੇ ਨੂੰ ਵੀ ਨਹੀਂ ਜਾਣਦੀ ਜੀ। ਕਹਿੰਦਾ ਤੂੰ ਕਿੱਦਾਂ ਨਹੀਂ ਸੰਤੋਖ ਕਾਲੇ ਨੂੰ ਜਾਣਦੀ, ਤੂੰ ਦਰਬਾਰ ਸਾਹਿਬ ਦੇ ਅੰਦਰ ਰਹਿੰਦੀ ਸੀ, ਤੂੰ ਬਲੈਕ ਥੰਡਰ 'ਚ ਨਹੀਂ ਫੜੀ? ਮੈਂ ਕਿਹਾ ਹਾਂ ਜੀ। ਤੇ ਕਹਿੰਦਾ ਉਹ ਅੰਦਰ ਹੀ ਰਹਿੰਦਾ ਸੀ ਸਵਰਨਜੀਤ ਨਾਲ, ਮੈਂ ਸਵਰਨਜੀਤ ਨਾਲ ਹੁੰਦਾ ਸੀ। ਮਤਲਬ ਸੰਤੋਖ ਕਾਲਾ ਬਲੈਕ ਥੰਡਰ ਆਪਰੇਸ਼ਨ ਜਿਹੜਾ 1988 ਚ ਸਟੇਟ ਨੇ ਕੀਤਾ, ਇੰਡੀਅਨ ਸਟੇਟ ਨੇ ਕੀਤਾ ਹੈ, ਉਹਦੇ ਚ ਤੁਸੀਂ ਅੰਦਰ ਸੀਗੇ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਉੱਥੋਂ ਬਟਾਡਾ ਚ ਗ੍ਰਿਫਤਾਰ ਹੋਏ ਸੀ। ਹਾਂਜੀ ਅਸੀਂ ਮੈਂ ਉੱਥੇ। ਤੇ ਇਹ ਪਿੰਕੀ ਤੁਹਾਨੂੰ ਯਾਦ ਕਰਾ ਰਿਹਾ ਕਿ ਸੰਤੋਖ ਕਾਲਾ ਜਿਹੜਾ ਪੁਲਿਸ ਦਾ ਟਾਊਟ ਸਿੱਖਾਂ ਦੇ ਭੇਸ ਚ ਅੰਦਰ ਬਿਠਾਇਆ ਹੋਇਆ ਸੀ। ਹਾਂਜੀ ਵੀ ਮੈਂ ਉਹਦੇ ਨਾਲ ਹੁੰਦਾ ਸੀ। ਫਿਰ ਇਹ ਵੀ ਦੱਸਦਾ ਕਿ ਮੈਂ ਸਵਰਨਜੀਤ ਨਾਲ ਹੁੰਦਾ ਸੀ ਜੀ, ਕਿ ਅਸੀਂ ਸਵਰਨਜੀਤ ਦੇ ਗਰੁੱਪ ਚ ਸੀ, BTF ਦਾ ਸਵਰਨਜੀਤ ਸੀ। ਤੇ ਇਹ ਗੱਲ ਹੈ ਨਾ, ਮੈਂ ਕਹਿੰਦਾ ਮਤਲਬ ਇਹ ਆਪਣੇ ਆਪ 'ਚ ਇੱਕ ਰੈਫਰੈਂਸ ਹੈ। ਵੈਸੇ ਤਾਂ ਪਤਾ ਹੈ ਕਿ ਕਿਸ ਤਰ੍ਹਾਂ ਪੁਲਿਸ ਨੇ ਫਿਰ ਆਖਰਕਾਰ ਸਿੱਖਾਂ ਦੇ ਵਿੱਚ, ਸੰਘਰਸ਼ੀਲ ਸਿੱਖਾਂ ਦੇ ਵਿੱਚ, ਖਾਲਿਸਤਾਨ ਟਾਈਗਰ ਫੋਰਸ ਕਹਿ ਲਓ ਜਾਂ ਦੂਜੀ ਬੱਬਰ ਖਾਲਸਾ ਕਹਿ ਲਓ, ਉਹਦੇ 'ਚ ਕਿਸ ਤਰ੍ਹਾਂ ਆਪਣੇ ਬੰਦੇ ਵਾੜੇ। ਜਿਵੇਂ ਇਹਨਾਂ ਦੇ ਰੈਫਰੈਂਸ ਤੋਂ ਪਤਾ ਲੱਗ ਰਿਹਾ ਹੈ ਕਿ ਗੁਰਮੀਤ ਪਿੰਕੀ ਜੋ ਕਿ ਬਾਅਦ 'ਚ ਬਰਖਾਸਤ ਹੋਇਆ, ਗੋਲਾ ਮਰਡਰ ਕੇਸ ਚੱਲਿਆ ਲੁਧਿਆਣੇ ਵਾਲਾ, ਉਸ 'ਚ ਫਿਰ ਸਜ਼ਾ ਮੁਆਫੀ ਹੋਈ, ਪਾਰਡਨ ਹੋਈ, ਤੇ ਮੁੜ ਕੇ ਆ ਕੇ ਉਹ ਸੁਮੇਧ ਸੈਣੀ ਦੇ ਖਿਲਾਫ ਬੋਲਿਆ ਕਿਉਂਕਿ 50 ਲੱਖ ਦਾ ਅਮਨਦੀਪ ਸਕੋਡਾ ਨਾਂ ਦਾ ਕੋਈ ਬੰਦਾ ਸੀ ਫਾਜ਼ਿਲਕਾ ਵੱਲ ਦਾ, ਤੇ ਉਹਦੇ ਨਾਲ ਕੋਈ ਲੈਣ ਦੇਣ ਹੋ ਗਿਆ ਇਹਨਾਂ ਦਾ ਆਪਸ 'ਚ। ਉੱਥੋਂ ਫਿਰ ਉਹਨੇ ਫਿਰ ਸਾਨੂੰ ਵੀ ਇੰਟਰਵਿਊਆਂ ਦਿੱਤੀਆਂ, ਤੁਸੀਂ ਦੇਖੀਆਂ ਹੋਣਗੀਆਂ। ਤੇ ਉਸ ਤੋਂ ਬਾਅਦ ਇਹ ਗੱਲਾਂ ਪਹਿਲੀ ਵਾਰ ਸਾਹਮਣੇ ਆਈਆਂ ਸੀ ਕਿ ਨਾਗੋਕੇ ਨਾਲ ਕੀ ਕੀਤਾ ਹੈ, ਬਲਵੰਤ ਸਿੰਘ ਮੁਲਤਾਨੀ ਨਾਲ ਕੀ ਕੀਤਾ ਹੈ। ਤੇ ਜਿਸ ਤਰ੍ਹਾਂ ਦੱਸ ਰਹੇ ਨੇ ਕਿ
ਇਹ ਮੈਂ ਰੈਫਰੈਂਸ ਚੋਂ ਰੈਫਰੈਂਸ ਕੱਢਿਆ ਹੈ ਕਿ ਕਿਸ ਤਰ੍ਹਾਂ ਜਿਹੜੇ ਨੇ ਸਰਕਾਰ ਦੇ ਬੰਦੇ, ਪੁਲਿਸ ਦੇ ਬੰਦੇ ਸਿੱਖ ਸੰਘਰਸ਼ ਦੇ ਅੰਦਰ ਜਿਹੜਾ ਹੈਗਾ ਘੁਸਪੈਠ ਕਰ ਚੁੱਕੇ ਸੀ। ਆਪਣੀ ਉਹੀ ਗੱਲ ਆਪਾਂ ਅੱਗੇ ਰੱਖਦੇ ਹਾਂ ਜਿਹੜੀ ਆਪਾਂ ਕਰ ਰਹੇ ਹਾਂ ਜੀ। ਤੇ ਫਿਰ ਮੈਨੂੰ ਇਹ ਕੀਤਾ ਇਹਨਾਂ ਨੇ 11 ਨੂੰ, ਮਤਲਬ ਇਹੀ ਸਿਲਸਿਲਾ ਚੱਲਦਾ ਰਿਹਾ। ਕਦੀ ਮੈਨੂੰ ਪਟੇ ਮਾਰ ਲੈਣੇ, ਕਦੀ ਇਹਨਾਂ ਨੇ ਮੈਨੂੰ ਤੁਹਾਨੂੰ ਪੁੱਛਦੇ ਸੀ ਕਿ ਤੁਹਾਡੇ ਇਹਨਾਂ ਨਾਲ ਕੀ ਸੰਬੰਧ ਨੇ? ਮੇਰੇ ਇਹਨਾਂ ਨਾਲ ਗੁਰਮੀਤ ਸਿੰਘ ਨਾਲ ਕੀ ਸੰਬੰਧ ਨੇ? ਪਰਮਿੰਦਰ ਦੇ ਨਾਲ, ਰਾਜੇ ਨਾਲ ਕੀ ਸੰਬੰਧ ਨੇ? ਰਾਜੇ ਨਾਲ ਕੀ ਸੰਬੰਧ ਹੈ? ਤੂੰ ਇੱਥੋਂ ਕਿਹਨੂੰ ਮਿਲਣ ਆਈ ਸੀ? ਤੇਰੇ ਕੋਲ ਹਥਿਆਰ ਕਿੱਥੇ ਨੇ? ਵੀ ਤੂੰ ਕੀ ਕਰਨਾ ਸੀ? ਇਹ ਗੱਲ ਆ। ਮਤਲਬ ਮੈਂ ਇੱਕ ਵਾਰੀ ਇੰਨੀ ਮੈਂ ਅੱਕ ਚੁੱਕੀ ਸੀ ਨਾ, ਮੈਨੂੰ ਇਸ਼ਾਰਾ ਵੀ ਕੀਤਾ ਸੁਮੇਧ ਸੈਣੀ ਨੂੰ, ਇਹ ਰੁਕ ਗਿਆ। ਇਹਨੇ ਮੈਨੂੰ, ਇਹ ਮੇਰੇ ਇੱਥੇ ਚੜਿਆ ਹੋਇਆ ਸੀ ਇਹਦੇ ਨਾ, ਤੇ ਇਹ ਰੁਕ ਗਿਆ। ਮੈਨੂੰ ਮੈਂ ਕਿਹਾ ਮੇਰਾ ਤੇਰੇ ਨਾਲ ਕੋਈ ਦੁਸ਼ਮਣੀ, ਮੇਰੀ ਦਿੱਲੀ ਵਾਲਿਆਂ ਨਾਲ ਹੈ। ਮੈਂ ਆਪਣੇ ਦਿੱਲੀ ਨਾਲ ਹੈ। ਮੇਰਾ ਜਿਨ੍ਹਾਂ ਨੇ ਮੇਰਾ ਨੁਕਸਾਨ ਕੀਤਾ, ਜਿਨ੍ਹਾਂ ਨੇ ਮੇਰੇ ਫਾਦਰ ਨੂੰ ਮਾਰਿਆ, ਸਾਨੂੰ ਬਰਬਾਦ ਕੀਤਾ, ਮੇਰੀ ਉਹਨਾਂ ਨਾਲ ਦੁਸ਼ਮਣੀ ਹੈ। ਤੇਰੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਜੀ। ਪਰ ਇਹ ਗੱਲ, ਪਰ ਇਹ ਹਟਿਆ ਤਾਂ ਵੀ ਨਹੀਂ ਜੀ। ਇਹ ਉਲਟਾ ਹੋਰ ਮਾਰਦਾ। ਇਹ ਕਦੀ ਕਹਿ ਦਿੰਦਾ ਕੁਛ ਉਹਦੇ, ਕਦੀ ਕਹਿੰਦਾ ਤੇ ਹੋਰ ਕਿਹੜੇ ਅੱਤਵਾਦੀ ਨੇ, ਕਿਹਦੇ ਨਾਲ ਹੈ, ਤੁਸੀਂ ਕਿੱਥੇ ਕੀ ਮੈਨੂੰ ਮਾਰਨ ਵਾਸਤੇ ਤੁਸੀਂ ਵਾਰਦਾਤ ਕੀਤੀ ਸੀ, ਮੈਨੂੰ ਮਾਰਨਾ ਸੀ ਤੁਸੀਂ, ਇਹ ਕਰਨਾ। ਮਤਲਬ ਇੱਦਾਂ ਦੀਆਂ ਗੱਲਾਂ ਸੀ ਇਹਦੀਆਂ ਜੀ। ਅਸੀਂ ਨਿਰਪ੍ਰੀਤ ਕੌਰ ਉਹਨਾਂ ਨਾਲ ਗੱਲ ਕੀਤੀ ਹੈ, ਜੋ ਕਿ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਸੱਜਣ ਕੁਮਾਰ ਦੇ ਖਿਲਾਫ ਇੱਕ ਵੱਡੇ ਗਵਾਹ ਵੀ ਜਿਹੜੇ ਸਾਬਤ ਹੋਏ ਨੇ ਕੋਰਟ ਦੇ ਵਿੱਚ, ਜਿਸ ਦੇ ਆਧਾਰ ਤੇ ਸਜ਼ਾ ਮਿਲੀ ਹੈ ਸੱਜਣ ਕੁਮਾਰ ਨੂੰ, ਤੇ ਹੁਣ ਮੁੜ ਕੇ ਜ਼ਮਾਨਤਾਂ ਭਾਵੇਂ ਮੰਗਦਾ ਫਿਰਦਾ। ਪਰ ਅਸੀਂ ਇਸ ਕਹਾਣੀ ਨੂੰ 1984 ਤੋਂ ਨਾ ਸ਼ੁਰੂ ਕਰਕੇ, ਆਪਰੇਸ਼ਨ ਬਲੈਕ ਥੰਡਰ ਜਿੱਥੋਂ ਇਹ ਗ੍ਰਿਫਤਾਰ ਹੋਏ ਪਹਿਲੀ ਵਾਰੀ ਦਰਬਾਰ ਸਾਹਿਬ ਦੇ ਅੰਦਰੋਂ, ਉੱਥੋਂ ਨਾ ਸ਼ੁਰੂ ਕਰਕੇ ਅਸੀਂ ਸਿਰਫ 1991 ਦਾ ਉਹ ਐਪੀਸੋਡ ਚੱਕਿਆ ਇਸ ਚੋਂ, ਜਿਸ ਚੋਂ ਸਾਨੂੰ ਮਿਸਾਲ ਮਿਲਦੀ ਹੈ, ਉਦਾਹਰਣ ਮਿਲਦੀ ਹੈ, ਰੈਫਰੈਂਸ ਮਿਲਦਾ ਹੈ ਬਕਾਇਦਾ ਕਿ ਸੁਮੇਧ ਸੈਣੀ ਕਿਸ ਮਾਨਸਿਕਤਾ ਦਾ ਪੁਲਿਸ ਅਫਸਰ ਸੀ। ਜਿਸ ਤਰ੍ਹਾਂ ਕਹਿੰਦੇ ਸੀ ਕਿ ਇਹ ਕਹਿੰਦੇ ਰਹੇ, ਆਮੋ ਸਾਹਮਣੇ ਖੜਾ ਕੇ ਕਿਸ ਤਰ੍ਹਾਂ ਇੰਟਰੋਗੇਸ਼ਨ ਹੋਈ ਹੈ, ਇਹ ਸਾਰੀ ਇੰਟਰਵਿਊ ਦੇ ਵਿੱਚ ਬੋਲਿਆ ਗਿਆ ਹੈ। ਕਿਉਂਕਿ ਜੋ ਇਹ ਪੀੜਤ ਨੇ, ਵਿਕਟਮ ਨੇ, ਉਹਨਾਂ ਵੱਲੋਂ ਹੀ ਬੋਲਿਆ ਗਿਆ ਹੈ। ਆਪਾਂ ਕਿਸੇ ਤੀਜੇ ਚੌਥੇ ਬੰਦੇ ਦੀ ਕਹਾਣੀ ਨਹੀਂ ਸੁਣਦੇ, ਜਾਂ ਕਿਸੇ ਗੁਰਮੀਤ ਪਿੰਕੀ ਵਰਗੇ ਪੁਲਿਸ ਵਾਲੇ ਦੀ ਕਹਾਣੀ ਨਹੀਂ ਸੁਣਦੇ ਕਿ ਜੀ ਮੇਰੇ ਸਾਹਮਣੇ ਇਹ ਹੋਇਆ, ਮੇਰੇ ਸਾਹਮਣੇ ਇਹ ਹੋਇਆ, ਜਿੱਤੇ ਬੀਤੇ ਹੈ। ਅਸੀਂ ਉਸ ਤੋਂ ਇਹ ਗੱਲ ਸੁਣੀ ਹੈ। ਸੁਮੇਧ ਸੈਣੀ ਬਲਵੰਤ ਮਲਤਾਨੀ ਮਰਡਰ ਕੇਸ ਦੇ ਵਿੱਚ ਹੁਣ ਜਿਹੜਾ 302 ਧਾਰਾ ਜੁੜ ਚੁੱਕੀ ਹੈ, ਪਿਛਲੀ 21 ਅਗਸਤ ਨੂੰ ਮੋਹਾਲੀ ਅਦਾਲਤ ਨੇ ਜੋੜੀ ਹੈ। ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਨੇ। ਪਰ ਅੱਜ ਸੁਪਰੀਮ ਕੋਰਟ ਤੋਂ ਇੱਕ ਛੋਟੀ ਜਿਹੀ ਰਾਹਤ ਮਿਲੀ ਹੈ ਕਿ 2 ਹਫ਼ਤਿਆਂ 'ਚ ਪੰਜਾਬ ਸਰਕਾਰ ਜਦੋਂ ਤੱਕ ਜਵਾਬ ਨਹੀਂ ਦੇ ਦਿੰਦੀ ਤਾਂ ਉਦੋਂ ਤੱਕ ਜਿਹੜਾ ਹੈਗਾ ਇਹਦੀ ਗ੍ਰਿਫਤਾਰੀ ਦੇ ਉੱਤੇ ਰੋਕ ਹੈ। ਤਾਂ ਹੋ ਸਕਦਾ ਕਿ ਉਹਨੂੰ ਦੁਬਾਰਾ ਉਹ ਆ ਜਾਏਗਾ ਸਾਹਮਣੇ, ਪਰ 2 ਹਫ਼ਤਿਆਂ ਬਾਅਦ ਕੇਸ ਤਾਂ ਅੱਗੇ ਚੱਲਣਾ ਹੀ ਚੱਲਣਾ। 1991 ਦੇ ਵਿੱਚ ਜੋ ਬੀਬੀ ਨਿਰਪ੍ਰੀਤ ਕੌਰ ਉਹਨਾਂ ਨਾਲ ਜੋ ਕੁਝ ਵਾਪਰਿਆ ਹੈ, ਉਹਦੀ ਗੱਲ ਅੱਗੇ ਅਦਾਲਤਾਂ 'ਚ ਨਹੀਂ ਚੁੱਕੀ ਜਾ ਸਕੀ। ਉਹਦਾ ਇੱਕ ਵੱਡਾ ਕਾਰਨ ਰਿਹਾ ਇਹ ਟਾਡਾ ਕੇਸ ਦੇ ਵਿੱਚ ਦੁਬਾਰਾ ਫੇਰ ਫੜੇ ਗਏ, ਤੇ ਇਹ 1997 'ਚ ਦੁਬਾਰਾ ਫੇਰ ਇਹ ਰਿਹਾ ਹੋਏ, ਤੇ ਉਸ ਤੋਂ ਬਾਅਦ ਵੀ ਦਿੱਲੀ ਪੁਲਿਸ ਉਹਨਾਂ ਨੂੰ ਤੰਗ ਕਰਦੀ ਰਹੀ ਹੈ ਕਿ ਇਹਨਾਂ ਨੂੰ ਸਮਾਂ ਹੀ ਨਹੀਂ ਲੱਗਿਆ, ਜਾਂ ਇਹ ਐਸੀ ਘੁੰਮਣ ਘੇਰੀ 'ਚ ਟਾਡਾ ਕੇਸ 'ਚ ਉਲਝੇ। ਜਿਸ ਤਰ੍ਹਾਂ ਅੱਜ ਕੱਲ੍ਹ UAPA ਦੇ ਵਿੱਚ ਅਨਲਾਫੁਲ ਐਕਟੀਵਿਟੀਜ਼ ਐਕਟ ਜਿਹੜਾ ਭਾਰਤ ਸਰਕਾਰ ਨੇ ਲਿਆਂਦਾ ਹੈ, ਉਹਦੇ 'ਚ ਜਿਹੜੇ ਸਿੱਖ ਨੌਜਵਾਨ ਜਾਂ ਕੁਝ ਹੋਰ ਵਿਅਕਤੀ ਫੜੇ ਜਾ ਰਹੇ ਨੇ ਦੇਸ਼ ਧਰੋਹ ਦੇ ਦੋਸ਼ਾਂ 'ਚ ਜਾਂ ਦੇਸ਼ ਖਿਲਾਫ ਜੰਗ ਵਿੱਢਣ ਦੇ ਦੋਸ਼ਾਂ 'ਚ, ਉਹ ਐਸੇ ਉਲਝ ਰਹੇ ਨੇ। ਜਿਵੇਂ ਜੱਸੀ ਜੌਲ ਦੀ ਕਹਾਣੀ ਹੈ ਕਿ ਉਹ ਸ਼ਾਇਦ ਅਗਲੀਆਂ ਕਈ ਜਿਹੜੇ ਨੇ ਕਈ ਸਾਲ, ਕਈ ਦਹਾਕੇ ਸ਼ਾਇਦ ਉਹ ਜਾਂ ਉਹਨਾਂ ਦੇ ਪਰਿਵਾਰ ਨਾ ਨਿਕਲ ਸਕਣ। ਇਹੀ ਕਹਾਣੀ ਟਾਡਾ ਕੇਸ ਵਾਲਿਆਂ ਦੀ ਹੋਈ ਹੈ ਕਿ ਸਾਰਿਆਂ ਦੀ ਕਿਸਮਤ 'ਚ ਫਿਲਮ ਐਕਟਰ ਸੰਜੇ ਦੱਤ ਵਰਗੀ ਨਹੀਂ ਸੀ ਕਿ ਜਿਹਤੇ ਟਾਡਾ ਲੱਗਿਆ ਤੇ ਮੁੜ ਕੇ ਟਾਡਾ ਹਟਿਆ ਤੇ ਮੁੜ ਕੇ ਜਾ ਕੇ ਇੱਕ ਛੋਟੀ ਜਿਹੀ ਧਾਰਾ ਦੇ ਵਿੱਚ ਹਥਿਆਰ ਅਸਲਾ ਐਕਟ ਦੇ ਵਿੱਚ ਜਾਂ ਕੁਝ ਹੋਰ ਮਾੜੀ ਮੋਟੀਆਂ ਨਿੱਕੀਆਂ ਮੋਟੀਆਂ ਜੋੜ ਕੇ ਉਹਨੂੰ 5 ਸਾਲ ਦੀ ਸਜ਼ਾ ਜਿਹੜੀ ਉਹ ਵੀ 3.5 ਸਾਲ 'ਚ ਖਤਮ ਕਰਾ ਲਈ। ਇਹ ਹੈ ਕਿ 3.5 ਸਾਲ ਨਹੀਂ, 30 35 ਸਾਲ ਜਿਹੜੇ ਨੇ ਲੱਗੇ ਨੇ। ਆਪਾਂ ਆ ਰਹੇ ਹਾਂ ਕਿ ਸੁਮੇਧ ਸੈਣੀ ਦਾ ਇਹ ਕੇਸ ਕਿਉਂ ਨਹੀਂ ਉੱਠਿਆ, ਇਹ ਟੌਰਚਰ ਦਾ ਕੇਸ ਕਿਉਂ ਨਹੀਂ ਉੱਠਿਆ। ਇੱਕ ਤਾਂ ਚੰਗੇ ਭਾਗੀ ਇਹਨਾਂ ਦੀ ਜਾਨ ਬਚ ਗਈ, ਤੇ ਦੂਜੀ ਗੱਲ, ਪਰ ਜੋ ਟੌਰਚਰ ਹੋਇਆ ਮੇਰੇ ਖਿਆਲ 'ਚ ਉਹ ਜਿਸ ਤਰ੍ਹਾਂ ਦਾ ਜੋ ਕੁਝ ਦੱਸਿਆ ਗਿਆ ਹੈ, ਮੇਰੇ ਖਿਆਲ ਤੁਸੀਂ ਰਿਪੀਟ ਕਰਕੇ ਵੀ ਸੁਣੋਗੇ ਇਸ ਇੰਟਰਵਿਊ ਨੂੰ, ਉਹ ਸੁਣਨੀਆਂ ਵੀ ਜ਼ਰੂਰੀਆਂ ਨੇ। ਪਰ ਸਾਡੇ ਕੰਨ ਜਿਹੜੇ ਨੇ ਜਵਾਬ ਦੇ ਜਾਂਦੇ ਨੇ ਉਹ ਗੱਲਾਂ ਸੁਣਨ ਲੱਗਿਆ, ਪਰ ਸੁਣਨੀਆਂ ਜ਼ਰੂਰੀ ਇਸ ਲਈ ਨੇ ਤਾਂ ਕਿ ਇਹੋ ਜਿਹੇ ਲੋਕਾਂ ਨੂੰ, ਇਹੋ ਜਿਹੇ ਮਨੁੱਖੀ ਹੱਕਾਂ ਦੇ ਘਾਣ ਤੋਂ ਵੀ ਬੜੇ ਪਾਰ ਦੀ ਗੱਲ ਹੈ ਕਿ ਉਹਨਾਂ ਲੋਕਾਂ ਨੂੰ ਸਜ਼ਾ ਦੇ ਅੰਜਾਮ ਤੱਕ ਤੇ ਉਹਨਾਂ ਦੇ ਪੀੜ੍ਹੀਆਂ ਨੂੰ ਜਿਹੜਾ ਹੈਗਾ ਇਹ ਦੱਸਣ ਵਾਸਤੇ ਕਿ ਤੁਸੀਂ ਕੀ ਕਰਦੇ ਰਹੇ ਹੋ। ਅੱਜ ਵੀ ਅਸੀਂ ਕਹਿੰਦੇ ਹਾਂ ਕਿ ਜਨਰਲ ਡਾਇਰ ਨੇ ਜਲਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਕਿਹਦੇ ਘਰ ਜਾ ਕੇ, ਕਿਹੜੇ ਸਰਦਾਰ ਦੇ ਘਰ ਜਾ ਕੇ ਰੋਟੀ ਖਾਧੀ ਸੀ। ਇਸ ਤਰ੍ਹਾਂ ਇਹ ਗੱਲਾਂ ਸਦੀਆਂ 100 ਸਾਲ ਬਾਅਦ ਵੀ, ਉਦੋਂ 1919 'ਚ ਵਾਪਰਿਆ ਸੀ ਜਲਿਆਂਵਾਲਾ ਕਾਂਡ, ਕਿਉਂਕਿ ਉਹ ਗੱਲਾਂ ਤੁਰੀਆਂ ਆਈਆਂ ਨੇ, ਉਹ ਲਿਖਤੀ ਤੌਰ 'ਤੇ ਤੁਰੀਆਂ ਆਈਆਂ ਨੇ। ਪਰ ਹੁਣ ਡਿਜੀਟਲਾਈਜੇਸ਼ਨ ਦਾ ਜ਼ਮਾਨਾ ਹੈ, ਇਹ ਗੱਲਾਂ ਇਸ ਰਿਕਾਰਡ 'ਚ ਜਾਣ ਦਾ ਮਤਲਬ ਹੈ ਕਿ ਇਹ 100 ਸਾਲ ਨਹੀਂ, 1000, 2-2, 5-5 ਹਜ਼ਾਰ ਸਾਲ ਤੱਕ ਜਿਹੜੀਆਂ ਸੁਣੀਆਂ ਜਾਣਗੀਆਂ। ਅਸੀਂ ਬੀਬੀ ਨਿਰਪ੍ਰੀਤ ਕੌਰ ਦੀ ਪੂਰੀ ਕਹਾਣੀ ਜੋ ਹੈ 1984 ਤੋਂ ਸ਼ੁਰੂ ਹੁੰਦੀ ਹੈ ਤੇ 2010 'ਚ ਇਹ ਫਿਰ ਆ ਕੇ ਦੁਬਾਰਾ ਮਾੜੀ ਮੋਟੀ ਜ਼ਿੰਦਗੀ ਕਿਸ ਤਰ੍ਹਾਂ ਲੀਹ 'ਤੇ ਪੈਂਦੀ ਹੈ, ਉਹ
ਕਿਸੇ ਹੋਰ ਸਮੇਂ ਦੇ ਉੱਤੇ ਜ਼ਰੂਰ ਤੁਹਾਡੇ ਨਾਲ ਜਿਹੜਾ ਹੈਗਾ ਉਸ ਤੋਂ ਜਾਣੂ ਕਰਾਵਾਂਗੇ। ਅੱਜ ਅਸੀਂ ਸੁਮੇਧ ਸੈਣੀ ਦੇ ਉਹ 6 ਜਾਂ 7 ਦਿਨ ਜੀ, ਕਿੰਨੇ ਦਿਨ ਸੀ? 8 ਦਿਨ। ਸੁਮੇਧ ਸੈਣੀ ਦੇ 1991 ਦੇ ਮਈ ਮਹੀਨੇ ਦੇ ਉਹ 8 ਦਿਨ ਸੁਮੇਧ ਸੈਣੀ ਦੀ ਇੰਟਰੋਗੇਸ਼ਨ ਦੀ ਇੱਕ ਟ੍ਰੇਲਰ ਜਿਹੜਾ ਸੀ ਉਹ ਅਸੀਂ ਉਸ ਗਵਾਹ ਪੈਰਾਂ ਤੇ ਵੀ ਬੜਾ ਮਾਰਦਾ, ਗਿਣ ਕੇ ਮਾਰਦਾ ਸੀ ਇੱਥੇ ਪੈਰਾਂ ਤੇ ਇਹ ਸਰੀਰ ਦਾ ਜੋ ਪਾਰਟ ਨੇ ਜਿਹੜੇ ਜਿੱਥੇ ਮਤਲਬ ਕਿ ਇਹ ਤਾਂ ਪੈਰਾਂ ਤੇ ਜੋ ਕੁਝ ਦੱਸਿਆ, ਜੋ ਕੁਝ ਕਰਦਾ ਰਿਹਾ ਉਸ ਤੋਂ ਕਿਤੇ ਪਾਰ ਹੈ। ਸਿਰ ਪੈਰ ਵੱਢ ਕੇ ਵੀ ਸਾਰ ਦਿੰਦਾ, ਉਹ ਕੁਝ ਨਾ ਕਰਦਾ ਜੋ ਕੁਝ ਤੁਹਾਡੇ ਨਾਲ ਜਲੀਲ ਕਰਨ ਵਾਸਤੇ ਕੀਤਾ ਗਿਆ। ਕੁਝ ਵੀ ਕਰ ਸਕਦਾ ਸੀ ਜੀ। ਖੈਰ ਦਰਸ਼ਕੋ, ਹੁਣ ਤੁਹਾਡੇ ਤੋਂ ਅਸੀਂ ਇਜਾਜ਼ਤ ਲੈਂਦੇ ਹਾਂ। ਟਿੱਪਣੀਆਂ ਜ਼ਰੂਰ ਦਿਓ ਤੇ ਇਸ ਚੀਜ਼ ਨੂੰ ਅੱਗੇ ਵੀ ਜ਼ਰੂਰ ਦੱਸਿਓ, ਵੱਧ ਤੋਂ ਵੱਧ ਲੋਕਾਂ ਤੱਕ ਗੱਲ ਜਾਵੇ, ਕਹਾਣੀਆਂ ਜਾਣ ਇਹ, ਤਾਂ ਕਿ ਇਹ ਰਿਕਾਰਡ ਦਾ ਹਿੱਸਾ ਬਣਨ। ਤੇ ਜੋ ਮੌਜੂਦਾ ਕੇਸ ਚੱਲਦੇ ਨੇ, ਜੇਕਰ ਇਹਨਾਂ ਨੂੰ ਜੇ ਇਨਸਾਫ ਨਹੀਂ ਮਿਲਦਾ, ਘੱਟੋ ਘੱਟ ਉਹਨਾਂ ਪਰਿਵਾਰਾਂ ਨੂੰ ਇਨਸਾਫ ਮਿਲ ਜੇ ਜਿਨ੍ਹਾਂ ਦੇ ਘਰਾਂ ਦੇ ਜੀ ਇਸ ਇੰਟੈਰੋਗੇਸ਼ਨ 'ਚੋਂ ਲੰਘੇ ਨੇ, ਸੈਣੀ ਦੇ ਇੰਟੈਰੋਗੇਸ਼ਨ 'ਚੋਂ ਲੰਘੇ ਨੇ ਤੇ ਮੁੜ ਕੇ ਪਰਤੇ ਨਹੀਂ। ਉਹਨਾਂ ਦਾ ਇਨਸਾਫ ਮੇਰੇ ਖਿਆਲ 'ਚ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ। ਬਹੁਤ ਸ਼ੁਕਰੀਆ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਨੂੰ ਬਟਨ ਦਬਾਓ। ਸਤਿ ਸ਼੍ਰੀ ਅਕਾਲ।